ਸਤਨਾਮ ਸ਼੍ਰੀ ਵਾਹਿਗੁਰੂ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ ਗੁਰ ਪ੍ਰਸਾਦ ਜਪੇ ਆਦਿ ਸਚੇ ਜੁਗਾਦ ਸਚੇ ਹੈ ਵੀ ਸਚ ਨਾਨਕ ਹੋਸੀ ਵੀ ਸਚ ਜਿਉ ਬੁਲਾਵੇ ਤਿਉ ਬੋਲਾ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਬੀਰ ਮੇਰੀ ਜਾਤ ਕੋ ਕਬੀਰ ਮੇਰੀ ਜਾਤ ਕੋ ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ 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 ਸਭ ਕੋ ਹਾਰ ਕਬੀਰ ਮੇਰੀ ਜਾਤ ਕੋ 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 ਬਲਿਹਾਰੀ ਇਸ ਜਾਤ ਕੋ ਬਲਿਹਾਰੀ ਇਸ ਜਾਤ ਕੋ ਬਲਿਹਾਰੀ ਇਸ ਜਾਤ ਕਾ ਬਲਿਹਾਰੀ ਇਸ ਜਾਤ ਕਾ ਬਲਿਹਾਰੀ ਇਸ ਜਾਤ ਕਾ ਬਲਿਹਾਰੀ ਇਸ ਜਾਤ ਕਾ ਜਿਨ ਜਪਿਆ ਸਿਰਜਣਹਾਰ 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 ਜਿਨ ਜਪਿਆ ਸਿਰਜਣਹਾਰ ਜਿਨ ਜਪਿਆ ਸਿਰਜਣਹਾਰ ਜਪਿਆ ਸਿਰਜਣਹਾਰ ਜਪਿਆ
ਜਪਿਆ ਸਿਰਜਣਹਾਰ, ਜਪਿਆ ਸਿਰਜਣਹਾਰ, ਜਪਿਆ ਸਿਰਜਣਹਾਰ, ਜਪਿਆ ਸਿਰਜਣਹਾਰ, ਜਪਿਆ ਸਿਰਜਣਹਾਰ, ਜਪਿਆ ਸਿਰਜਣਹਾਰ, ਕਬੀਰ ਮੇਰੀ ਜਾਤ ਕੋ, ਕਬੀਰ ਮੇਰੀ ਜਾਤ ਕੋ, ਕਬੀਰ ਮੇਰੀ ਜਾਤ ਕੋ, ਕਬੀਰ ਮੇਰੀ ਜਾਤ ਕੋ, ਕਬੀਰ ਮੇਰੀ ਕਬੀਰ ਮੇਰੀ ਜਾਤ ਕੋ, ਸਭ ਕੋ ਸਨੇਹਾਰ, ਬਲਿਹਾਰੀ ਇਸ ਜਾਤ ਕੋ, ਜਿਨ ਜਪਿਆ ਸਿਰਜਣਹਾਰ। ਪਰਮ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਸਤ ਸੰਗਤ, ਗੁਰੂਆਂ ਦੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਔਰ ਪਵਿੱਤਰ ਚਰਨ ਕਮਲਾਂ ਵਿੱਚ ਜੁੜ ਬੈਠ ਕੇ ਸਤਿਗੁਰਾਂ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ। ਸ਼੍ਰੋਮਣੀ ਭਗਤ ਕਬੀਰ ਜੀਆਂ ਦੇ ਆਗਮਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਮਹੀਨੇ ਜੋ ਪੂਰਨਮਾਸ਼ੀ ਦੇ ਮਾਸਿਕ ਦੀਵਾਨ ਸਜਦੇ ਨੇ, ਰਹਿਮਤਾਂ ਬਖਸ਼ਿਸ਼ਾਂ ਹੋਇਆਂ ਕਰਦੀਆਂ ਨੇ। ਸੋ ਆ ਪੂਰਨਮਾਸ਼ੀ ਜੋ ਕਿ ਸ਼੍ਰੋਮਣੀ ਭਗਤ ਕਬੀਰ ਜੀ ਹੁਣੇ ਆਪ ਜੀ ਸਰਵਣ ਕਰ ਰਹੇ ਸਾਂ। ਕਿਸ ਤਰ੍ਹਾਂ ਜਨਮ ਹੋਣਾ ਸਾਡੇ ਜਣੇ ਹੋਏ ਨੇ, ਤੇ ਸਾਧ ਸੰਗਤ ਜੀ ਦੁਖੀ ਹੋਏ ਪਏ। ਜਿਹੜੇ ਜਣੇ ਹੋਏ ਆ ਨਾ, ਉਹਨਾਂ ਤੋਂ ਦੁਖੀ ਹੋਏ ਪਏ ਆ। ਪਰ ਧੰਨ ਭਗਤ ਕਬੀਰ ਦੀ, ਜਿਨ੍ਹਾਂ ਨੂੰ ਜਣ ਕੇ ਜਨਨ ਵਾਲੀ ਇੱਕ ਕਿਨਾਰੇ ਰੱਖ ਗਈ, ਤੇ ਸਾਧ ਸੰਗਤ ਜੀ ਤੁਰੇ ਜਾ ਰਹੇ ਨੇ, ਤੇ ਉਹਨਾਂ ਦੇ ਜਿਹੜੇ ਪਾਲਣ ਪੋਸਣ ਵਾਲੇ ਮਾਤਾ ਪਿਤਾ ਤੇ ਮਾਂ ਨੇ ਚੱਕ ਕੇ ਗਲ ਨਾਲ ਲਾ ਲਿਆ, ਤੇ ਅੱਜ ਦੁਨੀਆ ਦਾ ਸਤਾਰਾ ਬਣ ਗਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਬੰਦਗੀ ਕੀਤੀ, ਐਸਾ ਸਿਮਰਨ ਕੀਤਾ। ਭਗਤ ਜੀ ਆਪ ਬਖਸ਼ਿਸ਼ ਕਰਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇਹਾਰ। ਮੈਨੂੰ ਦੇਖ ਕੇ ਦੁਨੀਆਦਾਰ ਹੱਸਦੇ ਸੀ, ਮਜ਼ਾਕ ਕਰਦੇ ਸੀ, ਪਰ ਜਦੋਂ ਕਹਿੰਦੇ ਸੁਰਤ ਸੰਭਲੀ, ਸੰਸਾਰ ਦਾ ਗਿਆਤਾ ਗਿਆਨ ਹੋਇਆ, ਇਤਨਾ ਗਿਆਤਾ ਗਿਆਨ ਹੋ ਗਿਆ ਕਿ ਜੋ ਆ ਤੁਰਿਆ ਫਿਰ ਰਿਹਾ ਹੈ, ਸਵਾਸ ਆਉਂਦੇ ਤੇ ਜੀਵਤ ਹੈ, ਜੇ ਸਵਾਸ ਨਹੀਂ ਆਉਂਦੇ ਤਾਂ ਕਲੋਥ ਹੈ। ਪੰਜਾਂ ਤੱਤਾਂ ਦਾ ਸਰੀਰ ਬਣਿਆ, ਜਿਹਦੀ ਬਾਬਤ ਭਗਤ ਜੀ ਕਹਿੰਦੇ, ਕਬੀਰ ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਬਾਰੰਬਾਰ। ਜਦੋਂ ਕਹਿੰਦੇ ਸੋਝੀ ਆਈ ਨਾ, ਭਗਤ ਕਬੀਰ ਜੀ ਸਿਮਰਨ ਕਰਦੇ, ਬੰਦਗੀ ਕਰਦੇ, ਇੱਕ ਇਹ ਉੱਤਮ ਜਨਮ ਸ੍ਰੇਸ਼ਟ ਜਨਮ ਹੈ, ਜਿਸ ਜਨਮ ਦੇ ਵਿੱਚ ਤੂੰ ਪ੍ਰਭੂ ਦੀ ਪ੍ਰਾਪਤੀ ਪਾ ਸਕਦਾ ਤੇ ਆਪਣਾ ਜਨਮ ਮਰਨ ਕੱਟ ਸਕਦਾ। ਹੋਰ ਵੀ ਨਿਖਿਧ ਜੂਨਾਂ ਨਹੀਂ, ਉਹ ਇੱਕ ਜਨਮ ਭੋਗਦੀਆਂ ਨੇ, ਦੂਸਰਾ ਜਨਮ, ਇੱਕ ਜਨਮ ਨੂੰ ਭੋਗ ਕੇ ਦੂਸਰਾ ਜਨਮ। ਪਰ ਇੱਕ ਜਿਹੜਾ ਮਨੁੱਖਾ ਜਨਮ ਹੈ, ਭਗਤ ਕਬੀਰ ਜੀ ਕਹਿੰਦੇ, ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਭਾਈ।
ਉਹ ਮਨਾ ਪਤਾ ਨਹੀਂ ਤੂੰ ਕਿਤਨੇ ਇੱਕ ਜਨਮਾਂ ਵਿੱਚ ਕਿਤਨੇ ਇੱਕ ਯੁੱਗਾਂ ਵਿੱਚ ਆਪਣੇ ਗੁਰੂ ਦੀ ਸੇਵਾ ਕੀਤੀ ਹੈ, ਭਗਤੀ ਕੀਤੀ ਹੈ, ਤੇ ਸੇਵਾ ਕੀਤੀ, ਭਗਤੀ ਕੀਤੀ, ਫਲ ਕੀ ਮਿਲਿਆ? ਤੈਨੂੰ ਇਹ ਮਨੁੱਖਾ ਜਨਮ ਮਿਲ ਗਿਆ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਕਹਿੰਦੇ ਵੱਡੇ ਵੱਡੇ ਇਸ ਦੇਹੀ ਨੂੰ ਲੋਚਦੇ ਨੇ, ਪਰ ਜਿਨ੍ਹਾਂ ਨੇ ਸਾਧ ਸੰਗਤ ਜੀ ਇਸ ਦੇਹੀ ਵਿੱਚ ਆ ਕੇ ਪਰਮੇਸ਼ਰ ਦਾ ਸਿਮਰਨ ਕੀਤਾ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਜੇ ਤੈਨੂੰ ਪਰਮਾਤਮਾ ਨੇ ਇਹ ਦੇਹੀ ਦਿੱਤੀ ਹੈ, ਬਖਸ਼ਿਸ਼ ਕੀਤੀ ਹੈ, ਤੇ ਤੇਰਾ ਫਰਜ਼ ਬਣਦਾ ਹੈ ਰਸਨਾ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਹੈ, ਕੰਨ ਪਰਮੇਸ਼ਰ ਦੀ ਬਾਣੀ ਸਰਵਣ ਕਰਨ ਵਾਸਤੇ ਤੇਰੇ ਤੇ ਬਖਸ਼ਿਸ਼ ਕੀਤੀ ਹੈ। ਦੋ ਪੈਰ ਬਖਸ਼ੇ ਨੇ, ਚੱਲ ਕੇ ਗੁਰੂ ਦੇ ਦੁਆਰੇ ਚੱਲ, ਪਾਵ ਸੁਹਾਵਾ ਜਾਂ ਕਉ ਦਰਜੁਲ ਦੇ ਸੀਸ ਸੁਹਾਵਾ ਚਰਨ। ਗੁਰੂ ਦੀ ਸ਼ਰਨ ਵਿੱਚ ਚੱਲ ਵਹੀ। ਤੇ ਸਾਧ ਸੰਗਤ ਉਹ ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ, ਕਿੱਡੇ ਤੇਰੇ ਉੱਤਮ ਕਰਮ ਨੇ। ਵੱਡੇ ਵੱਡੇ ਦੇਵੀ ਦੇਵਤੇ ਲੋਚਦੇ ਨੇ ਕਿ ਸਾਨੂੰ ਇਹ ਮਨੁੱਖਾ ਜਨਮ ਮਿਲ ਜਾਵੇ, ਪਰ ਉਹ ਦੇਹੀ, ਉਹ ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ, ਉਹੀ ਦੇਹੀ ਮਿਲ ਗਈ ਗਾਫਲ। ਦੇਹੀ ਨੂੰ ਲੋਚਦੇ ਨੇ, ਉਹੀ ਦੇਹੀ ਮਿਲ ਗਈ ਗਾਫਲ। ਦੇਹੀ ਨੂੰ ਲੋਚਦੇ ਨੇ ਦੇਵਤੇ, ਉਹੀ ਦੇਹੀ ਮਿਲ ਗਈ ਗਾਫਲ। ਜਿਸ ਦੇਹੀ ਨੂੰ ਲੋਚਦੇ ਨੇ ਦੇਵਤੇ, ਉਹੀ ਦੇਹੀ ਮਿਲ ਗਈ ਗਾਫਲ। ਜਪੋ ਦੇਹੀ ਨੂੰ ਲੋਚ, ਸਾਰੇ ਜਪੋ ਜਿਹੜੀ ਉਹੀ ਦੇਹੀ ਮਿਲ ਗਈ ਗਾਫਲ। ਉਹੀ ਦੇਹੀ ਦੀ ਮਿਲ ਗਈ ਗਾਫਲਾ, ਉਹੀ ਦੇਹੀ ਦੀ ਮਿਲ ਗਈ ਗਾਫਲਾ। ਉਹੀ ਦੇਹੀ ਦੀ ਮਿਲ ਗਈ ਗਾਫਲ। ਉਹੀ ਦੇਹੀ ਦੀ ਮਿਲ ਗਈ ਗਾਫਲ। ਮਿਲ ਗਈ ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ, ਉਹੀ ਦੇਹੀ ਮਿਲ ਗਈ ਗਾਫਲ। ਉਹ ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ ਵਈ, ਉਹੀ ਦੇਹੀ ਮਿਲ ਗਈ ਗਾਫਲ। ਜਿਸ ਦੇਹੀ ਨੂੰ ਲੋਚਦੇ ਨੇ ਦੇਵਤੇ, ਉਹੀ ਦੇਹੀ ਜਿਸ ਦੇਹੀ ਨੂੰ ਲੋਚਦੇ ਨੇ ਦੇਵਤੇ, ਉਹੀ ਦੇਹੀ ਗਾਫਲ। ਗੋਰ ਸੇਵਾ ਤੇ ਭਗਤ ਕਮਾਈ ਤਵੇ ਪਾਵੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰਿ ਕੀ ਸੇਵਾ। ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਸੋਜੀ ਆਈ ਹੈ ਨਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ।
ਜਿਉ ਬੰਨ ਪਲ ਪਾਕੇ ਭੁਇੰਗ ਰਹਿ ਬਹੁਰ ਨਾ ਲਾਗੇ ਡਾਰ। ਦੁਨੀਆ ਦੇ ਉੱਪਰ ਭਗਤਾਂ ਦਾ ਆਉਣਾ, ਦੁਨੀਆ ਦੇ ਉੱਪਰ ਰਹਿਬਰ ਅਵਤਾਰਾਂ ਦਾ ਆਉਣਾ ਹੈ, ਇਹ ਧਰਤੀ ਦੀ ਪੁਕਾਰ ਹੋਇਆ ਕਰਦੀ ਹੈ। ਜਦੋਂ ਧਰਤੀ ਤੇ ਅੰਤਾਂ ਦਾ, ਪਾਪਾਂ ਦਾ ਹੜ ਚੱਲ ਜਾਵੇ, ਉਦੋਂ ਕੋਈ ਗੁਰਮੁਖ ਪਿਆਰਾ, ਕੋਈ ਰਹਿਬਰ ਅਵਤਾਰ ਦੁਨੀਆ ਤੇ ਆਉਂਦਾ ਹੈ। ਜੂਨ ਦਾ ਮਹੀਨਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਿਤਨੇ ਸੰਸਾਰ ਦੀ ਤਪਸ਼ ਉੱਪਰ ਆਪਣੇ ਲੈ ਕੇ, ਕਿਤਨੇ ਜਲਦੇ ਬਲਦੇ ਸੰਸਾਰ ਨੇ ਪਤਾ ਨਹੀਂ ਕਿਹੜੀ ਭੱਠ ਵਿੱਚ ਵਲਣਾ ਸੀ, ਪਤਾ ਨਹੀਂ ਸੰਸਾਰ ਦਾ ਕੀ ਬਣਨਾ ਸੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤਤੀਆਂ ਤਵੀਆਂ ਤੇ ਬੈਠ ਕੇ ਥੱਲੇ ਭੱਠ ਬਲਦਾ, ਉੱਪਰ ਗਰਮ ਰੇਤ ਪੈਂਦੀ ਹੈ। ਸਾਰੇ ਸੰਸਾਰ, ਸਾਰੀ ਲੁਕਾਈ ਦੀ ਅਗਨੀ ਨੂੰ ਇੱਕ ਪਰਮੇਸ਼ਰ ਦਾ ਸਿਮਰਨ, ਇੱਕ ਨਾਮ ਦਾ ਸੋਮਾ ਲੈ ਕੇ ਆਪਣੇ ਉੱਪਰ ਹੰਢਾ ਲਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਸ਼ਾਂਤੀ, ਐਸੀ ਸ਼ਾਂਤੀ ਕਹਿੰਦੇ ਜੇ ਸ਼ਾਂਤੀ ਚਾਹੁੰਦਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਸੀਸ ਨਵਾ ਦੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਾਧ ਸੰਗਤ ਜੀ ਦੁਨੀਆ ਦੇ ਉੱਪਰ ਪਾਪਾਂ ਦਾ, ਕਿਰਤ ਘਣਾ ਦਾ ਭਾਰ ਵੱਧ ਜਾਵੇ, ਉਦੋਂ ਇਹ ਧਰਤੀ ਦੀ ਪੁਕਾਰ ਅਕਾਲ ਪੁਰਖ ਤੇ ਪਹੁੰਚਦੀ ਹੈ, ਉਸ ਦਰ ਤੇ ਪਹੁੰਚਦੀ ਹੈ, ਉਹ ਚਰਨਾਂ ਵਿੱਚ ਪਹੁੰਚਦੀ ਹੈ। ਤੇ ਉਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਨਾ ਕਿਸੇ ਰੱਬ ਦੇ ਪਿਆਰੇ ਦੀ, ਗੁਰੂ ਰਹਿਬਰ ਅਵਤਾਰ ਦੀ, ਭਗਤ ਦੀ ਡਿਊਟੀ ਲਗਾਉਂਦਾ ਹੈ, ਕਿਸੇ ਬਹਾਨੇ ਸੰਸਾਰ ਵਿੱਚ ਭੇਜੇ ਤੇ ਸਾਧ ਸੰਗਤੀ ਉਹਨੂੰ ਸੰਸਾਰ ਤੇ ਆਉਣਾ ਪੈਂਦਾ ਹੈ। ਉਹ ਜਦੋਂ ਪਾਪਾਂ ਦੀ ਹਨੇਰੀ ਆਈ, ਆਉਣਾ ਉਦੋਂ ਗੁਰੂਆਂ ਨੂੰ ਪਿਆ। ਜਦੋਂ ਪਾਪਾਂ ਦੀ ਹਨੇਰੀ ਜਗ ਤੇ ਆਈ, ਉਦੋਂ ਗੁਰੂਆਂ ਨੂੰ ਪਿਆ। ਜਦੋਂ ਪਾਪਾਂ ਦੀ ਹਨੇਰੀ ਜਗ ਤੇ ਆਈ, ਆਉਣਾ ਉਦੋਂ ਗੁਰੂਆਂ ਨੂੰ ਪਿਆ। ਜਦੋਂ ਪਾਪਾਂ ਦੀ ਹਨੇਰੀ ਤੇ ਆਉਣਾ ਉਦੋਂ ਗੁਰੂਆਂ ਨੂੰ ਪਿਆ। ਉਹ ਪਾਪਾਂ ਦੀ ਹਨੇਰੀ ਜਗ ਤੇ ਆਉਣਾ ਉਦੋਂ ਗੁਰੂਆਂ। ਪਿਆਰੇ ਜੀ ਆਉਣਾ ਉਦੋਂ ਗੁਰੂਆਂ ਨੂੰ ਪਿਆ। ਮੇਰੇ ਪਿਆਰੇ ਆਉਣਾ ਉਦੋਂ ਗੁਰੂਆਂ ਨੂੰ ਪਿਆ। ਪਾਪਾਂ ਦੀ ਹਨੇਰੀ ਜਗ ਆਈ, ਜਦੋਂ ਪਾਪਾਂ ਦੀ ਹਨੇਰੀ ਆਈ ਵਈ, ਆਉਣਾ ਉਦੋਂ ਗੁਰੂਆਂ ਨੂੰ ਪਿਆ। ਪਿਆਰੇ ਜੀ ਆਉਣਾ ਉਦੋਂ ਗੁਰੂਆਂ ਨੂੰ ਪਿਆ। ਪਾਪਾਂ ਦੀ ਹਨੇਰੀ ਜਗ ਆਈ, ਜਦੋਂ ਪਾਪਾਂ ਦੀ ਹਨੇਰੀ ਜਗ ਆਈ, ਆਉਣਾ ਉਦੋਂ ਗੁਰੂਆਂ ਨੂੰ ਪਿਆ। ਪਿਆਰੇ ਜੀ ਆਉਣਾ ਉਦੋਂ ਗੁਰੂਆਂ ਨੂੰ ਪਿਆ। ਪਾਪਾਂ ਦੀ ਹਨੇਰੀ ਜਗ ਆਈ, ਜਦੋਂ ਪਾਪਾਂ ਦੀ ਹਨੇਰੀ ਜਗ ਆਈ, ਆਉਣਾ ਉਦੋਂ ਪਿਆਰੇ ਜੀ ਆਉਣਾ ਉਦੋਂ ਗੁਰੂਆਂ ਨੂੰ ਪਿਆ। ਜਦੋਂ ਪਾਪਾਂ ਦੀ ਹਨੇਰੀ ਜਗ
ਆਈ ਆਉਣਾ ਉਦੋਂ ਗੁਰੂਆਂ ਨੂੰ ਪਿਆ ਜਦੋਂ ਪਾਪਾਂ ਦੀ ਹਨੇਰੀ ਜਗ ਤੇ ਆਈ ਆਉਣਾ ਉਦੋਂ ਗੁਰੂਆਂ ਨੂੰ ਪਿਆ ਜਦੋਂ ਪਾਪਾਂ ਦੀ ਹਨੇਰੀ ਜਗ ਤੇ ਆਈ ਜਦੋਂ ਪਾਪਾਂ ਦੀ ਹਨੇਰੀ ਜਗ ਤੇ ਆਈ ਜਦੋਂ ਪਾਪਾਂ ਦੀ ਅਕਿਰਤ ਘਣਾ ਦੀ ਸੰਸਾਰ ਦੇ ਉੱਪਰ ਹਨੇਰੀ ਆਈ ਉਸ ਸਮੇਂ ਰਹਿਬਰ ਗੁਰੂਆਂ ਨੂੰ ਭਗਤਾਂ ਨੂੰ ਗੁਰਮੁਖਾਂ ਨੂੰ ਸੰਸਾਰ ਦੇ ਉੱਪਰ ਨਿਰੰਕਾਰ ਆਪ ਡਿਊਟੀ ਲਾ ਕੇ ਭੇਜਦਾ ਸਮੇਂ ਅਨੁਸਾਰ ਸਾਡੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ ਜਗ ਜਲੰਦੇ ਦਾ ਉਧਾਰ ਕਰਨ ਵਾਸਤੇ ਜੋ ਤੂੰ ਜੁਗਤ ਸਾਇ ਕਾਇਆ ਫਿਰ ਪਲਟੀ ਹੈ ਜੋਤੀ ਕੋਈ ਸੀ ਜਾਮੇ 10 ਧਾਰਨ ਕੀਤੇ ਤੇ ਸਾਧ ਸੰਗਤ ਜੀ ਭਗਤ ਜਨ ਸੰਸਾਰ ਵਿੱਚ ਆਏ ਭਗਤ ਕਬੀਰ ਜੀ ਤੇ ਸਮਾਤ ਲੋਕ ਤੇ ਆ ਕੇ ਜਦੋਂ ਸੋਝੀ ਆਈ ਨਾ ਦੁਨੀਆ ਦੇ ਵਿੱਚ ਰਹਿ ਕੇ ਵਿਹਾਰ ਵੀ ਕਰਨਾ ਜਿਸ ਤਰ੍ਹਾਂ ਆਪਾਂ ਜੀਵਨ ਵਿਚਰ ਕਰਦੇ ਆ ਗ੍ਰਸਥ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਵਿਚਰ ਕੀਤਾ ਹੈ ਪਰ ਸੋਝੀ ਆ ਗਈ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਇਹ ਤੈਨੂੰ ਵਾਰ-ਵਾਰ ਮਨੁੱਖਾ ਜਨਮ ਨਹੀਂ ਮਿਲਣਾ ਤੇ ਸਾਧ ਸੰਗਤ ਇਹਨੇ ਰਹਿਣਾ ਵੀ ਨਹੀਂ ਸੰਸਾਰ ਵਿੱਚ ਕੁਝ ਦਿਨਾਂ ਦੀ ਇਹ ਪ੍ਰਾਹੁਣਾ ਬਣ ਕੇ ਤੂੰ ਸੰਸਾਰ ਵਿੱਚ ਆਇਆ ਹੈ ਕਹਿੰਦੇ ਜਦ ਤੁਰੇ ਜਾਂਦੇ ਨਾ ਅਸੀਂ ਸਾਨੂੰ ਦੇਖ ਕੇ ਦੁਨੀਆ ਹੱਸਦੀ ਹੈ ਇਤਿਹਾਸ ਦੱਸ ਰਿਹਾ ਹੈ ਕਵੀ ਦੀ ਕਲਮ ਲਿਖਦੀ ਹੈ ਲਿਖਾਰੀ ਦੀ ਕਿ ਭਗਤ ਕਬੀਰ ਜੀ ਨੇ ਇੱਕ ਪੰਡਤ ਦੇ ਘਰਾਣੇ ਵਿੱਚ ਜਨਮ ਲਿਆ ਜਿਹੜੀ ਸਾਧ ਸੰਗਤ ਜੀ ਇਹ ਜੁਲਾਹਾ ਕਰਕੇ ਪੁਕਾਰਿਆ ਜਾਂਦਾ ਨਾ ਵੈਸੇ ਤਾਂ ਸੱਚ ਜਾਣਿਓ ਜਾਤ ਹਈਓ ਹੀ ਨਹੀਂ ਸੰਸਾਰ ਦੇ ਉੱਪਰ ਸੰਸਾਰ ਵਿੱਚ ਜਦੋਂ ਜਨਮ ਲੈਂਦਾ ਇੱਕ ਸਿੱਖ ਜਨਮ ਲੈਂਦਾ ਹੈ ਦੇਖ ਲਓ ਬੱਚੇ ਦੀ ਪਰਵਰਿਸ਼ ਕਰਕੇ ਇਹ ਤਾਂ ਆਪੋ ਆਪਣੇ ਮਜ਼ਹਬ ਅਨੁਸਾਰ ਕਿਸੇ ਦੇ ਕਿਸ ਤਰ੍ਹਾਂ ਮੁੰਡਨ ਕਰਤਾ ਕਿਸੇ ਦਾ ਕਿਸ ਤਰ੍ਹਾਂ ਕਿਰਿਆ ਕਰ ਦਿੱਤੀ ਜਿਸ ਤਰ੍ਹਾਂ ਵੀ ਪਿਛਲੇ ਕੁਲਾਂ ਵਿੱਚੋਂ ਤੁਰੀ ਆ ਰਹੀ ਹੈ ਉਹਨਾਂ ਦੇ ਮਜ਼ਹਬਾਂ ਦੇ ਵਿੱਚ ਜੇ ਹੁਣ ਉਹ ਅਵਸਥਾ ਵੱਲ ਜਾਈਏ ਪਰਮੇਸ਼ਰ ਦੀ ਬਾਣੀ ਵੱਲ ਜਾਈਏ ਸਿਮਰਨ ਵੱਲ ਚੱਲੀਏ ਉਹ ਕਹਿੰਦੇ ਨਾ ਭਈ ਇਹ ਨਾ ਕਹਿ ਵੀ ਫਲਾਨਾ ਜਾਤ ਦਾ ਨਹੀਂ ਮਾਨਸ ਕੀ ਜਾਤ ਸਭੇ ਏਕੈ ਪਹਿਚਾਨ ਲੋ ਅੰਦਰਲੀ ਗੱਲ ਕਰ ਤੂੰ ਬਾਹਰਲੀ ਕਿਰਿਆ ਛੋੜ ਦੇ ਵਹੀ ਅੰਦਰਲੀ ਬਾਤ ਕਰ ਅੰਦਰ ਕਿਆ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਜਿਹੜੀ ਇਹ ਨੇਤਰਾਂ ਦੇ ਨਾਲ ਜਿੰਨੀ ਪ੍ਰਵਿਰਤੀ ਤੱਕਦਾ ਹੈ ਨਾ ਉਹ ਸਾਰਿਆਂ ਦੇ ਵਿੱਚ ਉਹ ਨਿਰੰਕਾਰ ਦੀ ਜੋਤ ਹੈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਸਾਰਿਆਂ ਵਿੱਚ ਨਿਰੰਕਾਰ ਦੀ ਜੋਤ ਹੈ ਮੈਂ ਨਹੀਂ ਕਹਿੰਦਾ ਤੇ ਸਾਧ ਸੰਗਤ ਇਹ ਸਤਿਗੁਰਾਂ ਦੀ ਬਾਣੀ ਬਖਸ਼ਿਸ਼ ਕਰਦੀ ਹੈ ਸੰਤਨ ਕੈ ਉਪਕਾਰ ਘਟ ਘਟ ਮੈਂ ਹਰ ਜੂ ਵਸੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕੈ ਉਪਕਾਰ ਘਟ ਘਟ ਮੈਂ ਹਰ ਜੂ ਵਸੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕੈ ਘਟ ਘਟ ਮੈਂ ਹਰ ਜੂ ਉਹ ਸੰਤਨ ਕੈ ਉਪਕਾਰ ਸੰਤਨ ਕੈ ਉਪਕਾਰ ਘਟ ਘਟ ਮੈਂ ਹਰ ਜੂ ਵਸੈ ਘਟ ਘਟ ਮੈਂ ਹਰ ਜੂ ਵਸੈ ਸੰਤਨ
ਘਟ ਮੈਂ ਹਰ ਜੂ ਵਸੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਘਟ ਘਟ ਮੈਂ ਹਰ ਜੂ ਵਸੈ 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 ਸੰਤਨ ਕਹਿਓ ਪੁਕਾਰ ਘਟ ਘਟ ਮੈਂ ਹਰ ਜੂ ਵਸੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਘਟ ਘਟ ਮੈਂ ਹਰ ਜੂ ਵਸੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਤੋ ਸਾਧ ਸੰਗਤੇ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਪਰਿਪੂਰਨ ਪਰਮਾਤਮਾ ਰਮਿਆ ਹੋਇਆ ਹੈ। ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਬਚਨ ਕਰਦੇ ਹੈ, ਸਕੂਲ ਵਿੱਚ ਸਾਧ ਸੰਗਤ ਜੀ ਬੱਚਾ ਜਾਂਦਾ ਹੈ, ਘਰ ਵਿੱਚ ਆਪਾਂ ਵਿਚਰਦੇ ਹਾਂ, ਘਰ ਦੀਆਂ ਗੱਲਾਂ ਕਰਦੇ ਹਾਂ। ਸਕੂਲ ਵਿੱਚ ਬੱਚਾ ਜਾਂਦਾ, ਜਿਸ ਅਧਿਆਪਕ ਦਾ ਪੀਰੀਅਡ ਆ ਗਿਆ ਉਹਨੇ ਉਹੀ ਪੜਾਉਣਾ ਹੈ। ਪੰਜਾਬੀ ਵਾਲੇ ਨੇ ਪੰਜਾਬੀ, ਇੰਗਲਿਸ਼ ਵਾਲੇ ਨੇ ਇੰਗਲਿਸ਼, ਜਿਹਦਾ ਪੀਰੀਅਡ ਆ ਗਿਆ ਉਹਨੇ ਉਹੀ ਪੜਾਉਣਾ। ਉਸ ਪੀਰੀਅਡ ਵਿੱਚ ਉਹੀ ਸਾਧ ਸੰਗਤ ਜੀ ਐਜੂਕੇਸ਼ਨ ਲਈ ਜਾਂਦੀ ਹੈ। ਕਹਿੰਦੇ ਹੈਰਾਨਗੀ ਦੀ ਗੱਲ ਹੈ, ਦੁਨੀਆ ਵਿੱਚ ਵਿਚਰਦਾ ਹੈ, ਸੰਸਾਰ ਵਿੱਚ ਵਿਚਰਦਾ ਹੈ, ਸਕੂਲ ਵਿੱਚ ਜਾ ਰਹੇ ਆ, ਪੜ੍ਹਾਈ ਕਰ ਰਹੇ ਆ, ਜਿਹੜਾ ਸਮਾਂ ਆ ਗਿਆ ਜਿਹਦਾ ਉਹੀ ਤੈਨੂੰ ਐਜੂਕੇਸ਼ਨ ਮਿਲਣੀ ਹੈ। ਚਾਹੇ 40 ਮਿੰਟ ਦਾ ਪੀਰੀਅਡ ਹੈ, ਚਾਹੇ ਅੱਧੇ ਘੰਟੇ ਦਾ ਪੀਰੀਅਡ ਹੈ, ਉਹੀ ਐਜੂਕੇਸ਼ਨ ਮਿਲਦੀ ਹੈ ਨਾ। ਪਰ ਜਦੋਂ ਗੁਰਦਰਬਾਰ ਵਿੱਚ ਆਉਣਾ ਹੈ, ਇੱਥੇ ਇੱਕੋ ਹੀ ਇੱਕ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੀ ਐਜੂਕੇਸ਼ਨ ਹੈ, ਪਰਮੇਸ਼ਰ ਦੀ ਨਾਮ ਦੀ ਪੜ੍ਹਾਈ ਹੈ। ਇਹ ਪੜ੍ਹਾਈ ਨੂੰ ਛੱਡ ਕੇ ਆਪਣੀ ਪੜ੍ਹਾਈਆਂ ਲੈ ਕੇ ਬਹਿ ਜਾਂਦਾ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਕੇਵਲ ਇੱਕ ਪਰਮੇਸ਼ਰ ਦੇ ਨਾਮ ਦੀ ਪੜ੍ਹਾਈ ਹੈ। ਤੇ ਸਾਧ ਸੰਗਤ ਜੀ ਕੇਵਲ ਪਰਮੇਸ਼ਰ ਦੇ ਨਾਮ ਦੀ ਬਾਤ ਕਰਨੀ ਹੈ। ਤੇ ਜਿੱਥੇ ਪਰਮੇਸ਼ਰ ਦੀ ਬਾਤ ਹੁੰਦੀ ਹੋਵੇ, ਆਨੰਦ ਹੀ ਉੱਥੇ ਆਉਂਦਾ ਹੈ। ਤੇ ਜਦੋਂ ਅਵਸਥਾ ਬਣ ਜਾਂਦੀ ਹੈ ਨਾ, ਫਿਰ ਕਹਿੰਦਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਤੇ ਜਦੋਂ ਸਾਧ ਸੰਗਤ ਜੀ ਅਵਸਥਾ, ਕਹਿੰਦੇ ਮੈਂ ਤੁਰਿਆ ਜਾ ਰਿਹਾ ਨਾ, ਕੋਈ ਮੇਰੀ ਜਾਤ ਦਾ ਨਾਂ ਲੈ, ਕੋਈ ਦਵਾਰ ਅਲਵਾਰਸ ਕਹਿੰਦਾ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਅਗਾ ਕਹਿੰਦੇ ਨੇ ਬਲਿਹਾਰੀ ਇਸ ਜਾਤ ਕੋ। ਠੀਕ ਹੈ, ਦੁਨੀਆ ਮੈਨੂੰ ਹੱਸਦੀ ਹੈ, ਕੁਝ ਕਹਿੰਦੀ ਹੈ, ਪਰ ਮੈਂ ਨਿਰੰਕਾਰ ਤੇਰੇ ਬਲਿਹਾਰ ਜਾਨਾ। ਮੈਨੂੰ ਨਹੀਂ ਪਤਾ ਤੂੰ ਕਿਹੜੀ ਕੁਲ ਵਿੱਚ, ਕਿਹੜੀ ਜਨਮ ਵਿੱਚ ਮੈਨੂੰ, ਵਾਹਿਗੁਰੂ ਕਿਹੜੀ ਜਾਤ ਵਿੱਚ ਮੈਨੂੰ ਜਨਮ ਦਿੱਤਾ ਹੈ, ਪਰ ਮੈਂ ਤੇਤੋਂ ਤਾਂ ਬਲਿਹਾਰੇ ਜਾਨਾ ਹੈ ਕਿਉਂਕਿ ਤੂੰ ਜਨਮ ਦਿੱਤਾ, ਮੈਨੂੰ 5 ਤੱਤਾਂ ਦਾ ਸਰੀਰ ਦਿੱਤਾ ਹੈ। ਪਰ ਉਹ 5 ਤੱਤਾਂ ਦੇ ਸਰੀਰ ਵਿੱਚ ਜਪਿਆ ਤਾਂ ਤੇਰਾ ਨਾਮ ਹੀ ਗਿਆ ਨਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਲਿਹਾਰੀ ਇਸ ਜਾਤ ਕੋ ਜਿਨ ਜਪਿਆ। ਮੈਂ ਉਸ ਜਾਤ ਤੋਂ, ਕਹਿੰਦੇ ਜੇ ਮੈਨੂੰ ਸੋਝੀ ਆ ਗਈ ਨਾ, ਮੈਂ ਹਰ ਇੱਕ ਨੂੰ ਉਸ ਨਿਗਾਹ ਨਾਲ ਦੇਖਦਾ ਤੇ ਅਕਾਲ ਪੁਰਖ ਸ਼ੁਕਰਾਨਾ ਕਰਦਾ ਮਾਲਕ ਦਾ, ਮੇਰੇ ਮਾਲਕ ਤੂੰ ਕਿਰਪਾ ਕੀਤੀ। ਬਲਿਹਾਰੀ ਇਸ ਜਾਤ ਕੋ ਜਿਨ ਜਪਿਆ ਸਿਰਜਣਹਾਰ। ਜਿਹਨੇ ਸੰਸਾਰ ਵਿੱਚ ਆ ਕੇ ਕਿਸੇ ਜਾਤ ਵਿੱਚ, ਕਿਸੇ ਮੱਝ ਵਿੱਚ ਆ ਗਿਆ, ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ, ਮੈਂ ਉਹ ਤੋਂ ਬਲਿਹਾਰ ਜਾਣਾ ਕਰਦਾ। ਸੋ ਇਸ ਕਰਕੇ ਸਾਧ ਸੰਗਤ, ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕੀਤੀ ਹੈ, ਸੰਸਾਰ ਵਿੱਚ ਆਏ, ਸੋਝੀ ਆ ਗਈ। ਤੇ ਸਾਧ ਸੰਗਤ ਜੀ ਇਤਨੇ ਬੇਪਰਵਾਹ ਹੋ ਗਏ, ਕਬੀਰ ਮਾਨਸ ਜਨਮ ਦਲੰਭ ਹੈ, ਹੋਏ ਨਾ ਬਾਰੰਬਾਰ। ਇਹ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਣਾ। ਭਗਤ ਕਬੀਰ ਜੀ ਕਹਿੰਦੇ ਬਾਰ-ਬਾਰ ਨਹੀਂ ਮਿਲਣਾ। ਕਬੀਰ ਇਸ ਸੰਸਾਰ ਵਿੱਚ ਆਇਆ, ਉਹ ਪਰਮੇਸ਼ਰ ਦਾ ਸਿਮਰਨ ਕਰ। ਕਹਿਤ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਵੇਰਾ।
ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਕਿੱਥੇ ਗੁਰੂਆਂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹੈ। ਤੇ ਸਾਧ ਸੰਗਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ, ਸੋਝੀ ਆ ਜਾਣੀ ਆਪਣੇ ਆਪ ਨੂੰ ਕਿ ਇਸ ਸੰਸਾਰ ਵਿੱਚ ਰਹਿਣਾ ਨਹੀਂ, ਇੱਕ ਦਿਨ ਸੰਸਾਰ ਤੋਂ ਚਲੇ ਜਾਣਾ। ਇਤਨੇ ਬੇਪਰਵਾਹੀ, ਜਦੋਂ ਬੇਪਰਵਾਹ ਆਪਣੇ ਵਿੱਚ ਆ ਗਈ ਨਾ, ਆਪਣੀ ਮਸਤ ਅਵਸਥਾ ਵਿੱਚ ਰਹਿਣ ਲੱਗ ਗਈ। ਤੇ ਘਰ ਵਾਲੇ ਦੇਖਦੇ ਹਰ ਇੱਕ ਨੂੰ ਹੁੰਦਾ ਹੀ ਹੈ ਸਾਧ ਸੰਗਤ, ਚਲੋ ਬੱਚਾ ਜਵਾਨ ਹੋਵੇ, ਫਿਰ ਬੱਚਾ ਪੜ੍ਹ ਲਿਖ ਜਾਵੇ, ਪੜ੍ਹ ਲਿਖ ਕੇ ਬੱਚਾ ਕਿ ਸੋਹਣੀ ਐਜੂਕੇਸ਼ਨ ਲੈ ਲਵੇ। ਤੇ ਸਾਧ ਸੰਗਤ ਹਰ ਇੱਕ ਦੇ ਮਨ ਵਿੱਚ ਆ ਹੁੰਦਾ ਹੈ। ਅੱਜ ਭਗਤ ਕਬੀਰ ਜੀ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੇ ਆਨੰਦ ਵਿੱਚ ਨਹੀਂ। ਮਾਤਾ ਜੀ ਕਹਿੰਦੇ ਨੇ ਹੁਣ ਤਾਂ ਨੌਕਰਾਣੀ ਵੀ ਮਖੌਲ ਕਰਨ ਲੱਗੀ ਪੁੱਤਰ। ਇਸੇ ਤਰ੍ਹਾਂ ਭਗਤ ਕਬੀਰ ਜੀ ਆਪਣੇ ਆਨੰਦ ਵਿੱਚ ਨਹੀਂ। ਮਾਤਾ ਕਹਿੰਦੀ ਹੈ ਕੰਮ ਕਰ ਲੈ, ਹੁਣ ਘਰ ਦਾ ਕੰਮ ਹੈ, ਇਸ ਜਾਤ ਦਾ ਕੰਮ ਹੈ, ਖੱਡੀ ਬੁਣਨਾ ਹੈ। ਤੇ ਸਾਧ ਸੰਗਤ ਥੋੜਾ ਬਾਲਾ ਜਿਹੜਾ ਬੁਣਿਆ ਵਸਤਰ ਤਿਆਰ ਕੀਤਾ ਹੈ, ਉਹਨੂੰ ਲੈ ਜਾਣਾ, ਵੇਚ ਆਉਣਾ, ਗੁਜ਼ਾਰਾ ਕਰਦਾ ਹੋ ਜਾਣਾ। ਮਾਤਾ ਇੱਕ ਦਿਨ ਰੋਣ ਲੱਗ ਗਈ। ਮੈਂ ਇਹਨੂੰ ਕੰਮ ਨੂੰ ਕਹਿੰਦੀ, ਇਹ ਕੰਮ ਕਰਦਾ ਨਹੀਂ, ਇਹ ਬੈਠਾ ਕੁਛ ਦੱਸਦਾ ਨਹੀਂ, ਕੁਝ ਸੁਣਦਾ ਨਹੀਂ, ਕੁਝ ਬੋਲਦਾ ਨਹੀਂ, ਸ਼ਕਲ ਨੂੰ ਕਹਿੰਦੇ ਕੁਝ ਸ਼ੱਕਦਾ ਨਹੀਂ। ਅੰਦਰਲੀ ਅਵਸਥਾ ਕੌਣ ਪਹਿਚਾਨੇ? ਜਿਹੜਾ 5-7 ਰੋਟੀਆਂ ਨਾ ਖਾਵੇ ਨਾ, ਆਪਾਂ ਕਹਿੰਦੇ ਆ ਇਹਨੂੰ ਪਤਾ ਨਹੀਂ ਕੀ ਹੋ ਗਿਆ ਜਦੋਂ ਰੋਟੀ ਛੱਡ ਜਾਵੇ। ਜੇ ਛਕ ਲਵੇ ਫਿਰ ਕਹਿੰਦੇ ਹੁਣ ਠੀਕ ਆ। ਜਿਹੜੀ ਅੰਦਰਲੀ ਅਵਸਥਾ ਹੁੰਦੀ ਹੈ ਨਾ, ਮਾਫ ਕਰਨਾ ਮੇਰੀਆਂ ਤਾਂ ਗੱਲਾਂ ਹੀ ਨੇ, ਪਰ ਜਿਨ੍ਹਾਂ ਦੀ ਅਵਸਥਾ ਬਣਦੀ ਹੈ ਮੈਂ ਉਹਨਾਂ ਦੀ ਬਾਤ ਕਰਦਾ। ਉਹਨਾਂ ਦੇ ਚਲੋ ਬਚਨ ਸੁਣੇ ਹੋਏ ਨੇ, ਕਿਉਂਕਿ ਮੈਂ ਲੱਗਦਾ ਤੁਹਾਨੂੰ ਭੁੱਖਾ ਰਹਿ ਜੂ। ਜੇ ਭੁੱਖਾ ਹੁੰਦਾ ਤਾਂ ਝਾਟੀ ਰਗਾ ਢਿੱਡ ਨਾ ਹੁੰਦਾ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਅਵਸਥਾ ਹੁੰਦੀ ਹੈ। ਤੇ ਸਾਧ ਸੰਗਤ ਜੀ ਭਗਤ ਕਬੀਰ ਜੀ ਮਾਤਾ ਜਦੋਂ ਇੱਕ ਹੁੰਦਾ ਰੋਣਾ ਸਾਹਮਣੇ ਬਲਾਪ ਕਰਕੇ ਰੋਣਾ, ਇੱਕ ਹੁੰਦਾ ਅੰਦਰਲਾ ਦੁੱਖ। ਜਦੋਂ ਅੰਦਰਲਾ ਦੁੱਖ ਆ ਨਾ, ਕਦੇ ਦੇਖਿਓ ਤੁਸੀਂ, ਜਿਹੜੀ ਮਾਂ ਨੂੰ ਔਲਾਦ ਦਾ ਅੰਦਰਲਾ ਦੁੱਖ ਹੋਊ, ਜਿਹੜੇ ਬਾਪ ਨੂੰ ਔਲਾਦ ਦਾ ਅੰਦਰਲਾ ਦੁੱਖ ਹੋਊ, ਉਹ ਰੋਊਗਾ ਜ਼ਰੂਰ। ਉਹਦੇ ਉੱਚੀ ਰੋਣ ਦੀ ਆਵਾਜ਼ ਨਹੀਂ ਆਊਗੀ, ਕੋਈ ਕਲਪਣ ਦੀ ਆਵਾਜ਼ ਨਹੀਂ ਆਊਗੀ, ਉਹਨੇ ਹੌਲੀ ਹੌਲੀ ਡੁਸਕੇ ਜੇ ਮਾਰੀ ਜਾਣੀ। ਜਿਹਦੀ ਬਾਬਤ ਭਗਤ ਕਬੀਰ ਜੀ ਕਹਿੰਦੇ ਨੇ, ਆਓ ਸਾਰੇ ਰਲ ਮਿਲ ਕੇ ਪੜੀਏ। ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਬਾਰਤ ਕੈਸੇ ਜੀਵੇ ਰਗਰਾਈ। ਭਗਤ ਕਬੀਰ ਜੀ ਕੋਲੇ ਆਏ, ਮਾਤਾ ਕੀ ਹੋ ਗਿਆ, ਕਿਉਂ ਰੋ ਰਹੀ ਹੈ? ਪੁੱਤਰ ਘਰ ਵਿੱਚ ਗਰੀਬੀ ਪਹਿਲਾਂ ਹੀ ਬਹੁਤ ਹੈ। ਮੈਂ ਆਸਾਂ ਰੱਖੀਆਂ ਸੀ ਕਿ ਤੂੰ ਜਵਾਨ ਹੋਵੇਂਗਾ, ਮੈਂ ਆਸਾਂ ਰੱਖੀਆਂ ਸੀ ਕਿ ਜਵਾਨ ਹੋਵੇਂਗਾ, ਪਿਤਾ ਦੇ ਮੋਢੇ ਨਾਲ ਮੋਢਾ ਲਾਵੇਂਗਾ, ਪਰ ਤੂੰ ਤਾਂ ਤਨਣਾ ਬੁਰਣਾ ਸਭ ਤਜਿਓ ਹੈ ਕਬੀਰ। ਮੈਂ ਕਹਿੰਦੀ ਸੀ ਵੀ ਤੂੰ ਘਰ ਦਾ ਵਿਹਾਰ ਕਰੇਂਗਾ। ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਧਾਰਨਾ ਪੜਿਆ ਕਰਦੇ ਸਨ। ਮੁਸ ਮੁਸ ਰੋਂਦੀ ਐ ਕਬੀਰਾ ਤੇਰੀ ਮਾਈ, ਤਾਣਾ ਤੇਰਾ ਕੌਣ ਤਣੂਗਾ। ਮੁਸ ਮੁਸ ਰੋਂਦੀ ਐ ਕਬੀਰ ਜੀ ਦੀ ਮਾਈ, ਤਾਣਾ ਤੇਰਾ ਕੌਣ ਤਣੂਗਾ। ਕਬੀਰ ਤੇਰੀ ਮਾਈ, ਤਾਣਾ ਤੇਰਾ ਕੌਣ ਤਣੂਗਾ। ਮੁਸ ਮੁਸ ਰੋਂਦੀ ਐ ਕਬੀਰ ਤੇਰੀ ਮਾਈ, ਤਾਣਾ ਤੇਰਾ ਕੌਣ ਤਣੂਗਾ।
ਕਬੀਰ ਕੀ ਮਾਈ। ਕਬੀਰ ਦੀ ਮਾਂ, ਕਬੀਰ ਆਖਦਾ ਕਿ ਮੇਰੀ ਮਾਂ ਤੂੰ ਡੁਸਕ ਡੁਸਕ ਕਿਉਂ ਰੋਂਦੀ ਹੈ, ਇਹ ਬਾਰਕ ਕੈਸੇ ਜੀਵੈ ਰਗਰਾਈ। ਤੇ ਆਖਦੀ ਹੈ ਪਰਮਾਤਮਾ ਕਬੀਰ ਦੇ ਇਹ ਅਣਜਾਣੇ ਵਾਲ ਇਹ ਕਿਵੇਂ ਲਿਆਉਣਗੇ। ਤਨਨਾ ਬੁਲਣਾ ਸਭ ਤਜਿਓ ਹੈ ਕਬੀਰ, ਕਿਉਂਕਿ ਮੇਰੇ ਪੁੱਤਰ ਕਬੀਰ ਨੇ ਤਾਣਾ ਬੁਣਨਾ ਕੱਪੜਾ ਉਣਨਾ ਸਭ ਕੁਝ ਛੱਡ ਦਿੱਤਾ ਹੈ। ਇੱਕ ਦਿਨ ਕੋਲੇ ਮਾਤਾ ਬੈਠੀ ਹੈ, ਜਦੋਂ ਕੋਲੇ ਬੈਠੀ ਨਾ ਕਿਤੇ ਮਾਂ ਦਾ ਇੱਕ ਕੰਨ ਆਪਣੇ ਪੁੱਤਰ ਕਬੀਰ ਦੇ ਸਿਰ ਨਾਲ ਲੱਗ ਗਿਆ। ਜਦੋਂ ਲੱਗਿਆ ਨਾ ਤੇ ਸਾਧ ਸੰਗਤ ਪਰਮੇਸ਼ਰ ਦਾ ਨਾਮ ਕੰਨਾਂ ਵਿੱਚ ਪੈ ਗਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੋਚਦੀ ਹੈ, ਹੁਣ ਸੋਝੀ ਆ ਰਹੀ ਹੈ। ਮੈਂ ਚਾਹੁੰਦੀ ਸੀ ਵੀ ਪਿਤਾ ਦੇ ਮੁੰਡੇ ਨਾਲ ਮੁੰਡਾ ਲਗਾਵੇਗਾ, ਦੁਨੀਆ ਦਾ ਵਿਹਾਰ ਕਰੇਗਾ, ਪਰ ਇੱਕ ਪਰਮੇਸ਼ਰ ਦਾ ਨਾਮ ਐਸਾ ਵੀ ਹੈ ਜਿਹੜਾ ਪਰਮੇਸ਼ਰ ਦਾ ਸਿਮਰਨ ਬੰਦਗੀ ਕਰਦਾ ਹੈ, ਉਹਦੇ ਕਾਰਜ ਸਤਿਗੁਰੂ ਜੀ ਆਪ ਸਵਾਰਦੇ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਕਾ ਕਾਰਜ ਤਿਨਿ ਕੀਆ ਮਾਨਸ ਕਿਆ ਵਿਚਾਰਾ ਰਾਮ। ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ, ਜਿਹਦਾ ਉਹਦੇ ਭਰੋਸਾ ਹੋ ਗਿਆ, ਵਿਸ਼ਵਾਸ ਹੋ ਗਿਆ। ਕਿੰਨੇ ਭਗਤ ਹੋਏ ਸਾਧ ਸੰਗਤ, ਭਗਤ ਧੰਨਾ ਜੀ ਦੇ ਜੀਵਨ ਵੱਲ ਧਿਆਨ ਮਾਰੋ। ਛੱਡਤੇ ਨਾ ਨਿਰੰਕਾਰ ਨੇ ਨੱਕੀ। ਤੇ ਸਾਧ ਸੰਗਤ ਸਾਰੇ ਭਗਤਾਂ ਦਾ ਨਾਮਦੇਵ ਨੂੰ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਨੇ। ਜਦੋਂ ਗਊ ਮੋਈ ਜਵਾਈ ਕਹਿੰਦੇ 10 ਨਾਮਿਆ ਤੇਰਾ ਕਿਹੜਾ ਕੰਮ ਕਰੀਏ, ਕਿਉਂਕਿ ਉਹ ਉਹਦੇ ਬਣ ਗਏ ਨੇ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਉਹਦਾ ਬਣਨਾ ਪੈਂਦਾ ਹੈ। ਜਿਹੜਾ ਨੌਕਰ ਮਾਲਕ ਦਾ ਬਣ ਗਿਆ, ਜਿਹੜੀ ਔਲਾਦ ਆਪਣੇ ਮਾਤਾ ਪਿਤਾ ਦੀ ਬਣ ਗਈ, ਕਹਿਣ ਤੋਂ ਭਾਵ ਇਹ ਨਹੀਂ ਕਿ ਜਨਮ ਲੈ ਲਿਆ ਮਾਤਾ ਪਿਤਾ ਦੀ ਬਣ ਗਈ। ਇਕੱਲੇ ਜਨਮ ਲੈ ਕੇ ਗੱਲ ਨਹੀਂ ਮੁੱਕਦੀ ਭਾਈ। ਉਸ ਤੋਂ ਬਾਅਦ ਉਹਦੇ ਕਹਿਣੇ ਵਿੱਚ ਆਪਣਾ ਜੀਵਨ ਕਿਵੇਂ ਵਿਚਰ ਕਰਨਾ, ਕਿਵੇਂ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਾ, ਕਿਵੇਂ ਇੱਕ ਨੌਕਰ ਨੇ ਸਾਧ ਸੰਗਤ ਜੀ ਆਪਣੇ ਮਾਲਕ ਨੂੰ ਕਿਵੇਂ ਉਚਾਈਆਂ ਤੇ ਲੈ ਕੇ ਜਾਣਾ, ਕਿਵੇਂ ਮਾਲਕ ਦਾ ਨਾਮ ਰੌਸ਼ਨ ਕਰਨਾ। ਜੇ ਮਿਹਨਤ ਕਰੂਗਾ ਤਦੇ ਉਸ ਅਵਸਥਾ ਤੇ ਪਹੁੰਚੇਗਾ। ਤੇ ਜਿਉਂ-ਜਿਉਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਦੇ ਵਿੱਚ ਭੇਦ ਹੋ ਗਏ ਨੇ, ਜਿਨ੍ਹਾਂ ਨੂੰ ਉਹ ਤੋਂ ਬਿਨਾਂ ਕੋਈ ਦਿਖੇ ਹੀ ਨਹੀਂ। ਸਾਡੇ ਤਾਂ ਵੈਰੀ ਤੋਂ ਸਾਨੂੰ ਸਾਧ ਸੰਗਤ ਨਹੀਂ ਮਿੱਤਰ ਨਜ਼ਰ ਨਹੀਂ ਆਉਂਦਾ, ਸਾਰੀ ਵੈਰੀ ਨਜ਼ਰ ਆਉਂਦੇ ਨੇ। ਰੱਬ ਦੇ ਪਿਆਰੇ ਐ, ਉਹਨਾਂ ਨੂੰ ਵੈਰੀ ਨਜ਼ਰ ਨਹੀਂ, ਸਾਰੇ ਮਿੱਤਰ ਹੀ ਨਜ਼ਰ ਆਉਂਦੇ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਤਾਂ ਲੱਖ ਕੋਈ ਭਲਾ ਕਰ ਦੇਵੇ, ਇੱਕ ਦਿਨ ਨਾਮ ਭਲਾ ਕੀਤਾ ਉਹਨੂੰ ਰੱਬ ਪਹਿਲਾਂ ਰੱਬ ਕਹਿੰਦੇ ਆ, ਮਗਰੋਂ ਠੱਗ ਕਹਿਣ ਲੱਗ ਜਾਂਦੇ ਆ। ਇਹ ਅਵਸਥਾ ਹੈ ਇਹ ਮਨ ਦੀ, ਅੱਜ ਦੇ ਕਲਯੁਗੀ ਜੀਵ ਦੀ ਇਹ ਅਵਸਥਾ ਹੈ। ਤੇ ਨਹੀਂ ਸਾਧ ਸੰਗਤ, ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ, ਬੰਦਗ ਅਵਸਥਾ ਬਣ ਗਈ ਨਾ, ਉਹਦਾ ਕੋਈ ਦੁਸ਼ਮਣ ਨਹੀਂ ਹੈ, ਉਹਦੇ ਸਾਰੇ ਮਿੱਤਰ ਨੇ, ਉਹਦਾ ਕੋਈ ਵੈਰੀ ਨਹੀਂ ਹੈ। ਇਹ ਅਵਸਥਾ ਮਿਲਦੀ ਹੈ ਸਤ ਸੰਗ ਵਿੱਚ ਆ ਕੇ, ਸਤ ਸੰਗ ਵਿੱਚ ਆ ਕੇ ਮਿਲਦੀ ਹੈ। ਅੱਜ ਜਦੋਂ ਭਗਤ ਕਬੀਰ ਜੀ ਦੇ ਸਾਧ ਸੰਗ ਜੀ ਮਾਂ ਦਾ ਕੰਨ ਲੱਗਿਆ ਨਾ, ਤੇ ਕਹਿੰਦੀ ਮੈਂ ਤਾਂ ਚਾਹੁੰਦੀ ਸੀ ਵੀ ਪਰਮੇਸ਼ਰ ਦਾ ਨਾਮ ਜਪੂਗਾ, ਪਰ ਅੱਜ ਹਰ ਕਾ ਨਾਮ ਲਿਖ ਲਿਓ ਸਰੀਰ। ਹਰ ਵੇਲੇ ਹਰੀ ਦਾ ਨਾਮ, ਜਿਹੜਾ ਪਰਮੇਸ਼ਰ ਦਾ ਨਾਮ ਜਪਦਾ, ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਕਹਿੰਦੇ ਭਗਤ ਕਬੀਰ ਜੀ ਸਿਮਰਨ ਕਰਦੇ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੱਸਦੀ ਆ, ਐਸੀ ਅਵਸਥਾ ਬਣ ਗਈ, ਐਸੀ ਅਵਸਥਾ। ਇੱਕ ਟੀਵੀ ਤੇ ਤੁਸੀਂ ਦਰਸ਼ਨ ਕੀਤੇ ਹੋਣੇ ਆ, ਗੁਰੂ ਮਾਂ ਕਹਿੰਦੇ, ਆਨੰਦ ਗੁਰੂ ਮਾਂ ਸ਼ਾਇਦ, ਉਹਨਾਂ ਨੇ ਮੂਲ ਮੰਤਰ ਇਹਦੇ ਵਿਆਖਿਆ ਬਹੁਤ ਡੂੰਘਾਈ ਵਿੱਚ ਜਾ ਕੇ ਕੀਤੀ। ਉਹਨਾਂ ਦੀ ਰਸਨਾ ਤੇ ਕਿਤੇ ਭਗਤ ਕਬੀਰ ਜੀਆਂ ਦੀ ਇਹ ਸ਼ਬਦ ਦਾ ਤੁਕ ਆ ਗਿਆ। ਜਦੋਂ ਭਗਤ ਕਬੀਰ ਜੀ ਅਵਸਥਾ ਵਿੱਚ ਪਹੁੰਚੇ ਨਾ, ਉਹ ਕਹਿੰਦੇ ਕੋਈ ਕੰਮ ਧੰਦਾ ਵੀ ਕਰ ਲਿਆ ਕਰ, ਵਿਹਲਾ ਤੁਰਿਆ ਫਿਰਦਾ, ਕੰਮ ਧੰਦਾ ਕਰ ਲਿਆ ਕਰ। ਉਹ ਕਹਿੰਦੇ ਕੋਈ ਲੋੜ ਨਹੀਂ, ਮੈਂ ਕਰਦਾ।
ਮੈਂ ਕੰਮ ਦੁਨੀਆ ਦਾ ਨਹੀਂ ਕਰਦਾ। ਭਗਤ ਕਬੀਰ ਜੀ ਕਹਿੰਦੇ ਮੇਰੇ ਤੋਂ ਨਿਰੰਕਾਰ ਨੇ ਭੇਜਿਆ, ਜਿਹੜਾ ਨਿਰੰਕਾਰ ਨੂੰ ਭਾਉਂਦਾ ਉਹ ਮੇਰੇ ਤੋਂ ਕੰਮ ਕਰਾਈ ਜਾ ਰਿਹਾ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਮੈਂ ਆਪਦੇ ਮਨ ਵਿੱਚ ਦ੍ਰਿੜ ਵਿਸ਼ਵਾਸ ਕਰ ਲਿਆ ਕਿ ਪਰਮੇਸ਼ਰ ਤੇਰੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ। ਜਿੰਨੀ ਮਰਜ਼ੀ ਮੈਂ ਮਿਹਨਤ ਕਰ ਲਵਾਂ, ਪਰ ਮੇਰੀ ਮਿਹਨਤ ਦਾ ਫਲ ਤਦੇ ਮਿਲਣਾ ਜੇ ਤੂੰ ਮੇਰੇ ਤੇ ਦਿਆਲ ਹੋਵੇਂਗਾ, ਜੇ ਤੂੰ ਮੇਰੇ ਤੇ ਪ੍ਰਸੰਨ ਹੋਵੇਂਗਾ। ਕਹੋ ਕਬੀਰ ਅਬ ਮਾਨਿਆ। ਜਦੋਂ ਪਰਮੇਸ਼ਰ ਨੂੰ ਜਾਣ ਲਿਆ ਨਾ ਤੇ ਉਦੋਂ ਭਗਤ ਕਬੀਰ ਦੀ ਅਵਸਥਾ ਬਣ ਗਈ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਨੂੰ ਜਾਣ ਲਿਆ, ਮਨ ਮੰਨ ਗਿਆ ਨਾ, ਹੁਣ ਦੁਨੀਆ ਕਹਿੰਦੀ ਆ ਤੇਰੇ ਮਨ ਨੂੰ ਕੀ ਕਰਾਂਗੇ, ਦੁਨੀਆ ਵੱਲ ਵੀ ਦੇਖ, ਉਹ ਤੈਨੂੰ ਮੰਨ ਲੂ। ਤੇ ਭਗਤ ਕਬੀਰ ਦੀ ਬਖਸ਼ਿਸ਼ ਕਰਦੇ ਨੇ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੈ ਲੋਗ ਨਾ ਭਤੀਜੈ, ਨਾ ਭਤੀਜੇ ਤਉ ਕਿਆ ਕੀਜੈ। ਕੈਸੀ ਅਵਸਥਾ, ਕਿੰਨੀ ਫਕਰ ਅਵਸਥਾ, ਉੱਚੀ ਅਵਸਥਾ, ਬੇਪਰਵਾਹ ਅਵਸਥਾ ਹੋਗੀ। ਭਗਤ ਕਬੀਰ ਜੀ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ। ਮਨ ਮਾਨਿਆ ਕਹਿੰਦੇ ਲੋਕ ਨਾ ਭਤੀਜੇ, ਕਹਿੰਦਾ ਨਾ ਭਤੀਜੇ ਤਉ ਕਿਆ ਕੀਜੈ। ਕਹਿੰਦਾ ਫੇਰ ਕੀ ਹੋ ਜਾਊਗਾ, ਪਰ ਮੇਰਾ ਮਨ ਤਾਂ ਮੰਨ ਗਿਆ ਨਾ, ਮੈਨੂੰ ਗੁਰੂ ਦੀ ਪ੍ਰਸੰਨਤਾ ਮਿਲ ਗਈ। ਤੇ ਭਗਤ ਕਬੀਰ ਜੀ ਕਹਿੰਦੇ ਮਾਂ, ਜਦੋਂ ਮੈਂ ਤੇਰੇ ਤਨਨਾ ਬੁਣਨੇ ਵਿੱਚ ਆਉਣਾ ਹੈ ਨਾ, ਤੇ ਜਦੋਂ ਮੈਂ ਉਹ ਤਾਗਾ ਪਾਉਣਾ ਹੈ, ਤੇ ਸਾਧ ਸੰਗ ਜਦੋਂ ਮੈਂ ਉਹ ਤਾਗਾ ਪਾਉਣ ਵਾਸਤੇ ਮੂਹਰਿਓਂ ਆਪਾਂ ਜਿਵੇਂ ਸੂਈ ਵਿੱਚ ਤਾਗਾ ਪਾਉਨੇ ਆ, ਬੀਬੀਆਂ ਮੂੰਹ ਵਿੱਚ ਲੈ ਕੇ ਉਹਨੂੰ ਕਰਦੀ ਹੈ ਨਾ, ਤਿੱਖਾ ਜਿਹਾ ਬਣਾ ਕੇ ਫਿਰ ਸੂਈ ਵਿੱਚ ਪਾਉਣਾ। ਭਗਤ ਕਬੀਰ ਜੀ ਕਹਿੰਦੇ ਮਾਂ, ਉੱਥੇ ਮੇਰੀ ਅਵਸਥਾ ਵਿੱਚ ਫਰਕ ਪੈ ਜਾਂਦਾ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਅਵਸਥਾ ਵਿੱਚ ਫਰਕ ਪੈ ਜਾਂਦਾ। ਜਦੋਂ ਮਾਂ ਦਾ ਇਹ ਅਵਸਥਾ ਸੁਣੀ ਤੇ ਮਾਂ ਕਹਿੰਦੀ ਕਬੀਰ ਹਰ ਕਾ ਨਾਮ ਲਿਖ ਲਿਓ ਸਰੀ। ਕਹਿੰਦੇ ਮੇਰੇ ਕਬੀਰ ਤੇ ਤਾਂ ਇੰਨੀ ਕਿਰਪਾ ਹੋਗੀ, ਮੈਂ ਜਦੋਂ ਮੇਰਾ ਕੰਨ ਉਹਦੇ ਸਰੀਰ ਨੂੰ ਲੱਗਿਆ ਤੇ ਸਰੀਰ ਦੇ ਵਿੱਚੋਂ ਇੱਥੇ ਗੁਰਬਾਣੀ ਕਹਿੰਦੀ ਗੁਰਮੁਖ ਰੋਮ ਰੋਮ ਹਰਿ ਧਿਆਵੈ। ਇਹ ਅਵਸਥਾ ਬਣ ਜਾਂਦੀ ਹੈ। ਕਈ ਮਹਾਂਪੁਰਖ ਇਤਿਹਾਸ ਵਿੱਚ ਆ ਰਹੇ ਹੈ, ਦੁਨੀਆ ਦਾ ਭਲਾ ਕਰਨ ਵਾਸਤੇ ਆਪਣੇ ਸਰੀਰ ਤੇ ਕਸ਼ਟ ਲੈ ਕੇ ਆਏ। ਜਦੋਂ ਕਸ਼ਟ ਲੈ ਕੇ ਆਏ, ਦੁਨੀਆ ਦੇ ਇਲਾਜ ਵਾਸਤੇ ਡਾਕਟਰ ਨੇ, ਹਸਪੀਟਲ ਬਣੇ ਹੋਏ ਨੇ, ਹਸਪੀਟਲ ਵਿੱਚ ਚਲੇ ਗਏ, ਡਾਕਟਰ ਇਲਾਜ ਸ਼ੁਰੂ ਕਰਦੇ ਨੇ। ਜੇ ਕਿਤੇ ਡਾਕਟਰ ਦਾ ਕੰਨ, ਜੇ ਕਿਤੇ ਡਾਕਟਰ ਦੀ ਕੋਈ ਸਰੀਰ ਦਾ ਅੰਗ ਉਹ ਸਾਧੂ ਦੇ, ਗੁਰਮੁਖ ਦੇ, ਰੱਬ ਦੇ ਪਿਆਰੇ ਦੇ ਸਰੀਰ ਨਾਲ ਛੋ ਗਿਆ, ਤੇ ਉਹ ਡਾਕਟਰ ਦੇ ਸਰੀਰ ਨੂੰ ਪਤਾ ਲੱਗਿਆ ਇਹ ਪੰਜਾਂ ਤੱਤਾਂ ਦਾ ਸਰੀਰ ਹੈ, ਮਾਸ ਮੇਰੇ ਵਰਗਾ ਹੀ ਹੈ, ਨੈਣ ਨਕਸ਼ ਸਾਡੇ ਵਰਗੇ ਨੇ, ਪਰ ਅਵਸਥਾ ਉਹ ਦਰਗਾਹੋਂ ਆਈ ਹੋਈ ਹੈ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਮੈਂ ਅੱਗੇ ਵੀ ਆਪ ਜੀ ਨਾਲ ਬਚਨਾਂ ਦੀ ਸਾਂਝ ਕੀਤੀ ਹੈ। ਤੇ ਸਾਧ ਸੰਗਤ ਮੈਂ ਰਾਮਸਰ ਖੰਨੇ ਗਿਆ, ਮੇਰੀ ਜੜ ਦਰਦ ਕਰਨ ਲੱਗ ਗਈ। ਉਹਨਾਂ ਨੇ ਦੰਦਾਂ ਦਾ ਕੈਂਪ ਲਗਾਇਆ ਹੋਇਆ, ਤੇ ਬਾਬਾ ਜੀ ਕਹਿਣ ਲੱਗੇ, ਬਾਬਾ ਨਰਿੰਦਰ ਸਿੰਘ ਜੀ ਕਹਿੰਦੇ ਜਾਓ ਡਾਕਟਰ ਕੋਲੇ ਜਾਓ, ਮੈਡੀਸਨ ਲਿਆ ਕੇ ਦਿਓ ਬਾਬਾ ਜੀ। ਚਲੋ ਮੈਡੀਸਨ ਲਿਆਂਦਾ ਤੇ ਉਹ ਡਾਕਟਰ ਵੀ ਆ ਗਿਆ। ਡਾਕਟਰ ਆਏ ਤੇ ਸਾਧ ਸੰਗਤ ਉਹਨਾਂ ਨੇ ਜੋ ਹੁਣ ਸੱਚਖੰਡ ਚਲੇ ਗਏ, ਬੜੂ ਸਾਹਿਬ ਵਾਲੇ ਮਹਾਂਪੁਰਖ, ਉਹ ਮਹਾਂਪੁਰਖਾਂ ਦੀ ਸਾਧ ਸੰਗਤ ਉਹਨਾਂ ਨੇ ਇੱਕ ਗੁਰਮੁਖ ਰੋਮ ਰੋਮ ਹਰਿ ਧਿਆਵੈ, ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਹੋਏ। ਕਹਿੰਦੇ ਉਹ ਸਾਡੇ ਜਦੋਂ ਹਸਪੀਟਲ ਆਏ, ਡਾਕਟਰ ਨੇ ਆਪ ਦੱਸਿਆ, ਕਹਿੰਦੇ ਅਸੀਂ ਚਲੋ ਉਹਨਾਂ ਦੇ ਕੁਝ ਆਪਰੇਸ਼ਨ ਕਰਨਾ ਸੀ, ਫਿਰ ਹੀ ਉਹ ਦੰਦ ਦਾ ਇਲਾਜ ਹੋਣਾ ਸੀ। ਕਹਿੰਦੇ ਅਸੀਂ ਉਹ ਟੀਕਾ ਭਰਨ ਲੱਗੇ। ਕਹਿੰਦੇ ਮਹਾਂਪੁਰਖ ਕਹਿੰਦੇ ਇਹ ਕੀ ਹੈ ਬਈ? ਕਹਿੰਦੇ ਇੰਜੈਕਸ਼ਨ ਆ। ਕਹਿੰਦੇ ਕੀ ਕਰੂ? ਕਹਿੰਦੇ ਜੀ ਇਹ ਤੁਹਾਡੇ ਅਸੀਂ ਨਾੜ ਵਿੱਚ ਲਗਾ ਦੇਣਾ, ਤੁਸੀਂ ਸੁੰਨ ਹੋ ਜਾਣਾ, ਤੁਸੀਂ ਹਿੱਲੋਗੇ ਨਹੀਂ।
ਤਕਲੀਫ ਨਹੀਂ ਕੋਈ ਹੋ। ਫਿਰ ਨਹੀਂ, ਜੇ ਤੁਹਾਨੂੰ ਤਕਲੀਫ ਹੋਈ ਤੁਸੀਂ ਹਿੱਲੋਗੇ, ਸਾਤੋਂ ਆਪਰੇਸ਼ਨ ਨਹੀਂ ਹੋਣਾ। ਕਹਿੰਦੇ ਉਹ ਮਹਾਂਪੁਰਖ ਸਾਨੂੰ ਕਹਿਣ ਲੱਗੇ ਕਿੰਨਾ ਟਾਈਮ ਲੱਗੂਗਾ ਆਪਰੇਸ਼ਨ ਕਰਨ ਨੂੰ, ਇਲਾਜ ਕਿੰਨਾ ਟਾਈਮ? ਕਹਿੰਦੇ ਜੀ 20-25 ਮਿੰਟ, ਅੱਧਾ ਘੰਟਾ ਤਾਂ ਲੱਗ ਹੀ ਜਾਣਾ। ਕਹਿੰਦੇ ਕੋਈ ਗੱਲ ਨਹੀਂ, ਅੱਧਾ ਘੰਟਾ ਲਾ ਲਓ, ਇਹਦੀ ਲੋੜ ਨਹੀਂ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਹ ਡਾਕਟਰਾਂ ਨੇ ਦੱਸਿਆ, ਕਹਿੰਦੇ ਇਹਦੀ ਲੋੜ ਨਹੀਂ, ਇਹ ਨਾ ਲਗਾਓ, ਤੁਸੀਂ ਅੱਧਾ ਘੰਟਾ ਲਗਾ ਲਓ। ਕਹਿੰਦੇ ਅਸੀਂ ਜੀ ਆਪਰੇਸ਼ਨ ਕਰਨ ਲੱਗ ਗਏ। ਕਹਿੰਦੇ ਕਈ ਵਾਰ ਉਹ ਟੀਕਾ ਲੈ ਤੇ ਮਰੀਜ਼ ਹਿੱਲਦਾ, ਕੋਈ ਨਾ ਕੋਈ ਅੰਗ ਉਹਦਾ ਫਰਕਦਾ, ਮਹਾਂਪੁਰਖ ਅਡੋਲ, ਬਸ ਭੋਰਾ ਵੀ ਅੰਗ ਨਹੀਂ ਫਰਕ। ਅਸੀਂ ਆਪਰੇਸ਼ਨ ਕੀਤਾ। ਆਪਰੇਸ਼ਨ ਕਰਨ ਤੋਂ ਉਪਰੰਤ ਤੇ ਕਹਿੰਦੇ ਜਦੋਂ ਅਸੀਂ ਮਹਾਂਪੁਰਖਾਂ ਨੂੰ ਬੁਲਾਉਣਾ ਚਾਹੇ ਵੀ ਬੁਲਾਈਏ, ਵੀ ਇਹ ਤਾਂ ਹੁਣ ਗੁੰਮ ਹੀ ਹੋ ਗਏ, ਉਹ ਡਾਕਟਰਾਂ ਨੂੰ ਹੋ ਹੀ ਜਾਂਦਾ ਹੈ। ਹਜੇ ਕਹਿੰਦੇ ਸਾਡੇ ਮਨ ਵਿੱਚ ਆਇਆ ਵੀ ਅਸੀਂ ਮਹਾਂਪੁਰਖਾਂ ਨੂੰ ਬੁਲਾ ਲਈਏ, ਹਲਾਈਏ। ਕਹਿੰਦੇ ਅਜੇ ਕੋਸ਼ਿਸ਼ ਕਰਨ ਲੱਗੇ, ਉਹਨਾਂ ਦੇ ਸਿਰ ਨੂੰ ਆਪਣਾ ਹੱਥ ਲਾਉਣ ਲੱਗੇ। ਕਹਿੰਦੇ ਮਹਾਂਪੁਰਖਾਂ ਨੇ ਨੇਤਰ ਖੋਲ ਕੇ ਹੱਥ ਕੀਤਾ, ਕਹਿੰਦੇ ਹੋ ਗਿਆ ਭਾਈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅਸੀਂ ਕਿਹਾ ਹੋ ਤਾਂ ਗਿਆ ਮਹਾਰਾਜ ਜੀ, ਹੁਣ ਤੁਹਾਡੇ ਕੋਲੇ ਸਾਡੇ ਕਿੰਨੇ ਉੱਤਮ ਕਰਮ ਨੇ, ਤੁਹਾਡੇ ਦਰਸ਼ਨ ਹੋ ਗਏ। ਸਾਨੂੰ ਇਉਂ ਦੱਸੋ ਵੀ ਦੁਨੀਆ ਦੇ ਅਸੀਂ ਏਡੇ ਏਡੇ ਐਕਸ਼ਨ ਲਾਉਨੇ ਆ ਤੇ ਸਪਰੇਅ ਜੀ ਕਰਦੇ, ਹੋਰ ਵੀ ਬਹੁਤ ਕੁਝ ਮੈਡੀਸਨ ਦਿੰਦੇ ਐ, ਪਰ ਤੁਹਾਡੇ ਮੈਡੀਸਨ ਕੁਝ ਵੀ ਨਹੀਂ ਦਿੱਤਾ ਹੈ। ਤੇ ਤੁਸੀਂ ਉਹ ਦੱਸੋ ਵੀ ਜਦੋਂ ਆਪਰੇਸ਼ਨ ਹੋਇਆ ਤੁਹਾਨੂੰ ਤਕਲੀਫ ਨਹੀਂ ਹੋਈ? ਉਹ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਡਾਕਟਰ ਸਾਹਿਬ ਦੁੱਖ ਲੱਗਦਾ ਤਨ ਨੂੰ, ਦੁੱਖ ਤਕਲੀਫ ਹੁੰਦੀ ਹੈ ਤਨ ਨੂੰ, ਮਨ ਨੂੰ ਕੋਈ ਤਕਲੀਫ ਨਹੀਂ ਹੁੰਦੀ। ਕਹਿੰਦੇ ਇਸ ਕਰਕੇ ਅਸੀਂ ਤਨ ਨਹੀਂ, ਅਸੀਂ ਉਹ ਮਨ ਨਾਲ ਜੁੜ ਗਏ। ਮਨ ਉਹ ਅਕਾਲ ਪੁਰਖ ਨਾਲ ਜੁੜਿਆ ਹੋਇਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਮਨ ਨਾਲ ਜੁੜ ਗਏ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਨ। ਕਹਿੰਦੇ ਮਨ ਸਾਡਾ ਅਕਾਲ ਪੁਰਖ ਨਾਲ ਜੁੜ ਗਿਆ, ਇਹ ਅਵਸਥਾ ਬਣ ਜਾਂਦੀ ਹੈ। ਤੇ ਕਹਿਣ ਲੱਗੇ ਭਗਤ ਕਬੀਰ ਜੀ, ਮਾਂ ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਵਿਸਰੈ RAM ਸਨੇਹੀ। ਜਿਤਨਾ ਚਿਰ ਮੈਂ ਨਾਲ ਦੇ ਛੇਕ ਵਿੱਚ ਕਹਿੰਦੇ ਉਹ ਤਾਗਾ ਪਾਉਣਾ ਹੈ ਨਾ, ਬਾਹੁੰਦਾ ਹਾਂ, ਉਹਨਾਂ ਚਿਰ ਮੈਨੂੰ ਮੇਰਾ ਪਿਆਰਾ ਜਿਹੜਾ ਪਰਮੇਸ਼ਰ ਹੈ ਉਹ ਵਿਸਰ ਜਾਂਦਾ ਹੈ। ਮਾਂ ਮੈਨੂੰ ਇਤਨਾ ਚਿਰ ਵੀ ਪ੍ਰਭੂ ਦਾ ਜਿਹੜਾ ਵਿਸਾਰਨਾ ਹੈ ਉਹ ਭਾਉਂਦਾ ਨਹੀਂ। ਕਮਾਲ ਦੀ ਗੱਲ ਹੋ ਗਈ। ਆਖਾ ਜੀਵਾ ਵਿਸਰੈ ਮਰ ਜਾਓ। ਜੇ ਪਰਮੇਸ਼ਰ ਦਾ ਨਾਮ ਰਸਨਾ ਤੇ ਮੈਂ ਮਾਲਕ ਜਿਉਂਦਾ ਹੈ, ਜੇ ਪਰਮੇਸ਼ਰ ਦਾ ਨਾਮ ਵਿਸਰ ਗਿਆ ਮੈਂ ਜਿਉਂਦਾ ਨਹੀਂ, ਮੈਂ ਜਿਉਂਦੀ ਜਾਗਦੀ ਲੋਥ ਹੈ। ਹੁਣ ਮਨ ਵਿੱਚ ਝਾਤੀ ਮਾਰੀਏ, ਮਨ ਨੂੰ ਪੁੱਛਣਾ ਕਰੀਏ। ਭਗਤ ਕਬੀਰ ਜੀ ਕਹਿੰਦੇ ਜਿੰਨਾ ਕੁ ਸਮਾਂ ਮੈਂ ਇੱਕ ਮੂੰਹ ਵਿੱਚ ਤਾਂਗਾ ਲਿਆ ਕੇ ਉਹਦੀ ਬੱਤੀ ਉਹ ਬਚਣੀ ਆ, ਮੇਰਾ RAM ਵਿਸਰ ਜਾਂਦਾ ਹੈ। ਕਿੰਨੇ ਕਿੰਨੇ ਸਾਲ ਹੋ ਗਏ, ਮਨ ਨੂੰ ਪੁੱਛਣਾ ਕਰੋ। ਉਹ ਤਾਂ ਕਹਿੰਦੇ ਐਨੇ ਕੁ ਸਮੇਂ ਵਿੱਚ ਵੀ ਮੇਰਾ RAM ਵਿਸਰਦਾ। ਇਹ ਕਲਯੁਗੀ ਜੀਵ ਇੰਨਾ ਕੁ ਜਪ ਕੇ ਕਹਿੰਦਾ ਮੈਂ ਬਹੁਤ ਜਪ ਲਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਦੀ ਅਵਸਥਾ ਦੇਖੋ, ਗੁਰਮੁਖਾਂ ਦੀ ਅਵਸਥਾ ਦੇਖੋ, ਰੱਬ ਦੇ ਪਿਆਰਿਆਂ ਦੀ ਅਵਸਥਾ ਦੇਖੋ। ਸਾਧ ਸੰਗਤ ਉਹ ਕਹਿੰਦੇ ਇੱਕ ਇੰਨਾ ਚਿਰ ਮੈਂ ਮੂੰਹ ਵਿੱਚ ਤਾਗਾ ਪਾਉਣ ਮੇਰਾ ਵਿਸਰ ਗਿਆ। ਇਹ ਇੰਨਾ ਕੁ ਚਿਰ ਜਪ ਕੇ ਕਹਿੰਦਾ ਮੈਂ ਬਹੁਤ ਪਾਠ ਕਰ ਲਿਆ, ਮੈਂ ਤਾਂ ਬਹੁਤ ਸੇਵਾ ਕਰ ਲਈ, ਇੱਥੇ ਹੀ ਖੜ ਗਿਆ। ਪਰ ਨਹੀਂ, ਮੇਰੇ ਮਾਲਕ ਕਹਿੰਦੇ ਓਛੀ ਮਤ ਮੇਰੀ ਜਾਤ ਜੁਲਾਹਾਂ। ਕਬੀਰ ਜੀ ਕਹਿੰਦੇ ਨੇ ਕੀ ਹੋਇਆ ਜੇ ਲੋਕਾਂ ਦੇ ਭਾਣੇ ਮੇਰੀ ਛੋਟੀ ਜਿਹੀ ਅਕਲ ਤੇ ਮੈਂ ਜਾਤ ਦਾ ਨੀਵਾਂ ਗਰੀਬ ਜਲਾਹਾਂ, ਪਰ ਹਰ ਕਾ ਨਾਮ ਲਿਓ ਮੈਂ ਲਾਹਾ। ਕਹਿੰਦੇ ਪਰਮਾਤਮਾ ਦੇ ਨਾਮ ਦਾ ਇਸ ਮਾਤ ਲੋਕ ਵਿੱਚ ਆ ਕੇ ਪੰਜਾਂ ਤੱਤਾਂ ਦਾ ਸਰੀਰ ਮੈਨੂੰ ਮਿਲਿਆ। ਮੈਨੂੰ ਦੁਨੀਆ ਦੀ ਪਰਵਾਹ ਨਹੀਂ, ਪਰ ਮੈਂ ਮਾਤ ਲੋਕ ਤੇ ਆ ਕੇ ਇਹ ਪਰਮੇਸ਼ਰ ਦੇ ਨਾਮ ਦਾ ਲਾਹਾ ਲੈ ਲਿਆ। ਮੈਨੂੰ ਸੋਝੀ ਆ ਗਈ ਕਿ ਜਿਹੜਾ ਇਹ ਜਨਮ ਹੈ ਇਹ ਦੁਬਾਰਾ ਨਹੀਂ ਮਿਲਣਾ। ਆਓ ਪ੍ਰਾਤਨ ਧਾਰਨਾ ਹੈ। ਬੇਅੰਤ ਵਾਰ ਆਪ ਜੀ ਨੇ ਬੇਅੰਤ ਮਹਾਂਪੁਰਖਾਂ ਦੀ ਰਸਨਾ ਤੋਂ ਸਰਵਣ ਕੀਤੀ ਹੈ। ਵਾਰ ਵਾਰ ਨਹੀਂ ਮਿਲਣੀ ਮਾਨਸ ਦੇਹੀ, ਮਾਨਸ ਦੇਹੀ। ਵਾਰ ਵਾਰ ਨਹੀਂ ਮਿਲਣੀ ਮਾਨਸ ਦੇਹੀ,
ਮਾਨਸ ਦੇਹੀ ਵਾਰ ਵਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਵਾਰ ਵਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਮਾਨਸ ਦੇਹੀ ਵਾਈ ਮਾਨਸ ਦੇਹੀ 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 ਵਾਰ ਵਾਰ ਨਾ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਤੈਨੂੰ ਵਾਰ ਵਾਰ ਨਾ ਥਿਆਉਣੀ ਮਾਨਸ ਦੇਹੀ ਮਾਨਸ ਦੇਹੀ ਵਾਰ ਵਾਰ ਨਾ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਓ ਵਾਰ ਵਾਰ ਨਾ ਆਉਣੀ ਮਾਨਸ ਦੇਹੀ ਮਾਨਸ ਦੇਹੀ ਵਾਰ ਵਾਰ ਨਾ ਮਿਲਣੀ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰ ਬਾਰ ਮਨ ਫਲ ਪਾਕੇ ਭੋਈ ਗਰੈ ਬਹੁ ਨ ਲੱਗਦਾਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜਿਉ ਬਨ ਫਲ ਪਾਕੇ ਭੋਈ ਗਰੈ ਬਹੁਰ ਨਾ ਲਾਗੇ ਟਾਰ ਇਸ ਕਰਕੇ ਕਹਿੰਦੇ ਸੋਝੀ ਆ ਗਈ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਣਾ ਭਗਤ ਕਬੀਰ ਦੀ ਬਖਸ਼ਿਸ਼ ਕਰਦੇ ਨੇ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਘੁਰਾਈ ਕਬੀਰ ਆਖਦਿਆਂ ਨੇ ਮੇਰੀ ਮਾਂ ਸੁਣ ਕਹਿੰਦੇ ਸਾਡਾ ਤੇ ਸਾਡਾ ਇਹਨਾਂ ਬੱਚਿਆਂ ਦਾ ਰਿਜ਼ਕ ਦੇਣ ਵਾਲਾ ਇੱਕੋ ਹੀ ਪਰਮਾਤਮਾ ਉਹ ਦਾਤਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨ ਆਵਈ ਆ ਗਣਤ ਪਰੇ ਭੰਡਾਰ ਇਸ ਕਰਕੇ ਸ਼੍ਰੋਮਣੀ ਭਗਤ ਕਬੀਰ ਜੀਆਂ ਨੇ ਇਸ ਮਾਤ ਲੋਕ ਤੇ ਆਏ ਪਰਮੇਸ਼ਰ ਦਾ ਸਿਮਰਨ ਕੀਤਾ ਬੰਦਗੀ ਕੀਤੀ ਦਿਖਾ ਦਿੱਤਾ ਹੈ ਵੀ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਉਹਨਾਂ ਦੇ ਕਾਰਜੋ ਕਾਲ ਪੁਰਖ ਆਪ ਸਾਧ ਸੰਗਤ ਦੀ ਸਵਾਰਦਾ ਹੈ ਹੁਣ ਮੌਕੇ ਦੇ ਪੰਡਿਤ ਜਾਂ ਹੋਰ ਅਮੀਰ ਲੋਕ ਉਹਨਾਂ ਤੋਂ ਇਹਨਾਂ ਦੀ ਉਪਮਾ ਬਰਦਾਸ਼ਤ ਨਹੀਂ ਹੋਈ ਤੇ ਸਾਧ ਸੰਗਤ ਜੀ ਸੰਤ ਬਾਬਾ ਕੁਲਦੀਪ ਸਿੰਘ ਜੀ ਕੁਲਾਲ ਵਾਲੇ ਮਹਾਂਪੁਰਖ ਉਹਨਾਂ ਦੀ ਪਾਕ ਪਵਿੱਤਰ ਰਸਨਾ ਤੋਂ ਮੈਂ ਸਾਖੀ ਸਰਵਣ ਕੀਤੀ ਅੱਗੇ ਵੀ ਸਹਿਜ ਆਪ ਨਾਲ ਮੈਂ ਸਾਂਝ ਪਾਈ ਕਿ ਭਗਤ ਕਬੀਰ ਜੀਆਂ ਦੀ ਉਪਮਾ ਹੁੰਦੀ ਦੇਖ ਕੇ ਨਾ ਹੈ ਜਲਾਹਾਂ ਹੈ ਗਰੀਬ ਹੈ ਇਹਦੇ ਕੋਲੇ ਕੁਝ ਵੀ ਨਹੀਂ ਤੇ ਸਾਧ ਸੰਗਤ ਲਿਖ ਕੇ ਲਾ ਦਿੱਤੇ ਜਿਵੇਂ ਆਪਾਂ ਇਸ਼ਤਿਹਾਰ ਲਾਉਨੇ ਆ ਕਿ ਭਗਤ ਜੀਆਂ ਦੇ ਨਾ ਘਰ ਵਿਖੇ ਭੰਡਾਰਾ ਹੋਣਾ ਤਰੀਕ ਨਿਯਤ ਕਰ ਦਿੱਤੀ ਭੰਡਾਰੇ ਦੀ ਤਰੀਕ ਨਿਯਤ ਹੋ ਗਈ ਤੇ ਸਾਧ ਸੰਗਤ ਥੋੜਾ ਬਾਲਾ ਘਰੇ ਸਮਾਨ ਪਿਆ ਸੀ ਤੇ ਪਤਾ ਲੱਗਿਆ ਵੀ ਭਾਈ ਇਹ ਤਾਂ ਰੌਲਾ ਪੈ ਗਿਆ ਸਾਰੇ ਪਾਸੇ ਵੀ ਆਪਣੇ ਘਰੇ ਭੰਡਾਰਾ ਆਪਣੇ ਕੋਲ ਤਾਂ ਲੋਈ ਨੂੰ ਕਹਿੰਦੇ ਕੁਝ ਵੀ ਨਹੀਂ ਹੈ ਤੇ ਸਾਧ ਸੰਗਤ ਤੇ ਕਹਿੰਦੇ ਹਉ ਘਰੇ ਜੋ ਕੁਛ ਹੈ ਦੇ ਹੁਣ ਆਪਾਂ ਭੰਡਾਰਾ ਤਾਂ ਕਰਨਾ ਹੀ ਹੈ ਨਾ ਤੇ ਸਾਧ ਸੰਗਤ ਕਹਿੰਦੇ ਉਹ ਥੋੜਾ ਜਿਹਾ ਕੱਪੜਾ ਖੱਦਰ ਬੁਣਿਆ ਹੋਇਆ ਕੱਪੜਾ ਉਹ ਲੈ ਕੇ ਕਬੀਰ ਜੀ ਤੁਰ ਗਏ ਅਗਾਹ ਨਗਨ ਸਾਧੂ ਮਿਲ ਗਏ ਉਹ ਕਹਿੰਦੇ ਭਗਤਾ ਠੰਡ ਬਹੁਤ ਲੱਗਦੀ ਹੈ ਤਨ ਢੱਕਿਆ ਜਾਵੇ ਆ ਕੀ ਲਈ ਜਾ ਰਹੇ ਆ ਕਹਿੰਦੇ ਬਸਤਰ ਹੈ ਵੇਚਣ ਵਾਸਤੇ ਚੱਲੇ ਆ ਮੇਰੇ ਘਰੇ ਸਾਧੂਆਂ ਨੇ ਆਉਣਾ ਭੋਜਨ ਛਕਣ ਵਾਸਤੇ ਕਹਿੰਦੇ ਥੋੜਾ ਜਿਹਾ ਸਾਨੂੰ ਦੇ ਦੇ ਠੰਡ ਬਹੁਤ ਲੱਗਦੀ ਭਗਤ ਕਬੀਰ ਜੀ ਕਹਿੰਦੇ ਉਹ ਥਾਨ ਦਾ ਜਦੋਂ ਇੱਕ ਲਾੜਾ ਖੋਲਿਆ ਨਾ ਮਿਹਨਤੀ ਕਰਨ ਲੱਗੇ
ਉਹ ਸਾਧੂ ਕਾਹਨੂੰ ਸੀ, ਹੈ ਤਾਂ ਭਗਵਾਨ ਹੀ ਸੀ। ਭਗਵਾਨ ਕਿਸੇ ਰੂਪ ਵਿੱਚ ਆ ਗਿਆ ਬਈ, ਮਦਦ ਕਰਨੀ ਸੀ। ਕਿਵੇਂ? ਭਗਤਾਂ ਦੀ ਰੱਖਿਆ ਕਰਦੇ ਐ। ਜਦੋਂ ਤੈਂ ਖੋਲਣ ਲੱਗੇ ਕਹਿੰਦੇ ਭਗਤਾ ਦਾਨ ਤੋਲ ਮਿਲ ਕੇ ਨਹੀਂ ਦਿੱਤਾ ਜਾਂਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਦਾਲ ਤੋਲ ਮਿਲ ਕੇ ਨਹੀਂ ਦਿੱਤਾ ਜਾਂਦਾ। ਭਗਤ ਕਬੀਰ ਜੀ ਕਹਿੰਦੇ ਆ ਲੈ ਭਾਈ, ਚਲੇ ਗਏ ਇੱਕ ਜਗ੍ਹਾ ਜਾ ਕੇ ਲੋਕ ਕੇ ਬੈਠ ਗਏ। ਇਧਰ ਆਉਣ ਲੱਗੇ ਫਕਰ, ਆਉਣ ਲੱਗੇ ਭੰਡਾਰਾ ਛਕਣ ਵਾਸਤੇ। ਤੇ ਸਾਧ ਸੰਗਤ ਜੀ ਪਤਾ ਨਹੀਂ ਕਿੱਧਰੋਂ ਭੰਡਾਰਾ ਆਇਆ, ਬਸਤਰਾਂ ਦੇ ਗੱਡੇ ਆ ਗਏ। ਅੱਜ ਲੋਈ ਨਾਲੇ ਯਾਦ ਕਰਦੀ ਆ ਵੀ ਪਤਾ ਨਹੀਂ ਕਿੱਧਰ ਚਲੇ ਗਏ ਮੇਰੇ ਸਿਰ ਦਾ ਸਾਈਂ। ਐਡੀ ਵੱਡੀ ਜ਼ਿੰਮੇਵਾਰੀ ਮੈਨੂੰ ਦੇ ਕੇ ਇੰਨਾ ਰਾਸ਼ਨ ਭੇਜਿਆ, ਆਪ ਕਿਉਂ ਨਹੀਂ ਆਏ? ਤੇ ਸਾਧ ਸੰਗਤ ਇਧਰ ਨਾਲੇ ਤਾਂ ਭੰਡਾਰਾ ਵਰਤ ਰਿਹਾ। ਜਿਹੜਾ ਭੰਡਾਰਾ ਛਕ ਕੇ ਜਾਂਦਾ, ਜਿਵੇਂ ਆਪਾਂ ਸਰੂਪਾ ਦਿੰਨੇ ਆ ਨਾ, ਸਰੂਪ ਆਓ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਇੱਜ਼ਤ ਮਾਣ ਟਕਣੀ ਸਤਿਕਾਰ ਕਰਨਾ। ਤੇ ਸਾਧ ਸੰਗ ਸਰੂਪ ਆਓ। ਤੇ ਇਸੇ ਤਰ੍ਹਾਂ ਭਗਤ ਲੋਈ ਜੀ ਨਾਲੇ ਭੰਡਾਰਾ ਛਕਾਉਂਦੇ ਨੇ, ਨਾਲੇ ਤੁਰੇ ਜਿਹੜੇ ਸਾਧੂ ਜਾਂਦੇ ਨੇ ਉਹਨਾਂ ਨੂੰ ਨਾਲ ਵਸਤਰ ਦਿੰਦੇ ਨੇ, ਸਰੂਪ ਆਓ, ਨਾਲੇ ਕੁਛ ਭੇਟਾ ਦੇ ਰਹੇ ਨੇ। ਤੇ ਸਾਧ ਸੰਗਤ ਜਦੋਂ ਸਮਾਂ ਥੋੜਾ ਜਿਹਾ ਟਲ ਗਿਆ ਨਾ, ਕਬੀਰ ਜੀ ਕਹਿੰਦੇ ਚੱਲੀਏ ਭਾਈ ਚੱਲੀਏ। ਹੁਣ ਤਾਂ ਲੋਕ ਵੀ ਇੱਧਰ ਉੱਧਰ ਹੋ ਗਏ ਹੋਣਗੇ। ਤੇ ਦੇਖਦੇ ਆ ਜਾ ਕੇ, ਜਦੋਂ ਪਿੰਡ ਦੀ ਜੂਹ ਬੜੇ ਨਾ, ਨਗਰ ਦੀ ਜੂਹ ਬੜੇ ਭਗਤ ਜੀ ਸਾਧੂ ਤੁਰੇ ਆਉਣ, ਧੰਨ ਕਬੀਰ ਧੰਨ ਕਬੀਰ ਧੰਨ ਕਬੀਰ ਕਰਦੇ ਆਉਣ। ਤੇ ਸਾਧ ਸੰਗਤ ਉਹ ਕਹਿੰਦੇ ਕੀ ਗੱਲ ਹੋ ਗਈ ਬਈ, ਤੁਸੀਂ ਕਿੱਧਰੋਂ ਆ ਰਹੇ ਹੋ? ਕਹਿੰਦੇ ਭਗਤਾ ਚੱਲ ਤੂੰ, ਜੇ ਭੁੱਖ ਲੱਗੀ ਐ ਭਗਤ ਕਬੀਰ ਦੇ ਗ੍ਰਹਿ ਚੱਲ, ਭੰਡਾਰਾ ਚੱਲਦਾ ਦੇਖ, ਨਾਲੇ ਰੱਜ ਕੇ ਭੋਜਨ ਛਕਿਆ, ਨਾਲੇ ਆ ਬਸਤਰ ਦਿੱਤੇ ਆ, ਭੇਟਾ ਵੀ ਦਿੱਤੀ ਐ। ਧੰਨ ਕਬੀਰ ਧੰਨ ਕਬੀਰ। ਕਬੀਰ ਜੀ ਹੈਰਾਨ ਕਰੇ ਆਏ। ਲੋਈ ਕਹਿਣ ਲੱਗੀ ਕਿੱਧਰ ਚਲੇ ਗਏ ਸੀ? ਇੰਨਾ ਰਾਸ਼ਨ ਭੇਜ ਦਿੱਤਾ, ਕਿੱਧਰ ਚਲੇ ਗਏ ਹੈ? ਤੁਸੀਂ ਹਾਜ਼ਰ ਹੁੰਦੇ ਹੋਰ ਮਾਣ ਹੋਣਾ ਸੀ। ਤੇ ਉਸੇ ਸਮੇਂ ਕਹਿੰਦੇ ਭਲੀਏ ਮੈਂ ਕਿੱਧਰ ਜਾਣਾ ਸੀ, ਮੈਂ ਤਾਂ ਸਿਰ ਲਕੋ ਕੇ ਬੈਠਾ ਸੀ। ਮੈਂ ਤਾਂ ਜਿਹੜਾ ਇੱਥੋਂ ਖੱਦਰ ਲੈ ਕੇ ਗਿਆ ਕੱਪੜਾ, ਉਹ ਕੋਈ ਮੈਨੂੰ ਸਾਧੂ ਮਿਲ ਗਏ ਨਗਨ, ਮੈਂ ਉਹਨਾਂ ਨੂੰ ਦੇ ਦਿੱਤਾ। ਤੇ ਤੂੰ ਆ ਕਿੱਥੋਂ ਭੰਡਾਰਾ ਵਰਤਾਇਆ? ਕਹਿੰਦੀ ਪਤਾ ਨਹੀਂ, ਕਹਿਣ ਲੱਗੇ ਨੇ ਕਬੀਰ ਜੀ ਨੇ ਭੇਜਿਆ। ਕਹਿੰਦੇ ਮੈਂ ਨਹੀਂ ਭੇਜਿਆ, ਉਹਨਾਂ ਨੇ ਤੁਹਾਡਾ ਨਾਮ ਲਿਆ। ਆਓ ਮਹਾਂਪੁਰਖ ਧਾਰਨਾ ਪੜਿਆ ਕਰਦੇ ਸਨ, ਧਾਰਨਾ ਪੜ ਕੇ ਸਮਾਪਤੀ ਕਰੀਏ। ਕਹਿੰਦੇ ਲੋਈ ਜਿਹੜੇ ਗੱਡੇ ਭਰ ਕੇ ਰਾਸ਼ਨ ਲੈ ਕੇ ਆਇਆ ਨਾ, ਉਹ ਕੋਈ ਹੋਰ ਨਹੀਂ ਸੀ, ਉਹ ਮੈਂ ਨਹੀਂ ਭੇਜੇ। ਉਹ ਤਾਂ ਅੰਤਰਜਾਮੀ ਸੀ, ਉਹ ਤਾਂ ਅੰਤਰਜਾਮੀ ਸੀ, ਉਹ ਤਾਂ ਅੰਤਰਜਾਮੀ ਸੀ, ਉਹ ਤਾਂ ਅੰਤਰਜਾਮੀ ਸੀ, ਅੰਤਰਜਾਮੀ ਉਹ ਤਾਂ ਅੰਤਰਜਾਮੀ ਸੀ, ਅੰਤਰਜਾਮੀ ਸੀ, ਉਹ ਤਾਂ ਅੰਤਰਜਾਮੀ ਸੀ, ਉਹ ਤਾਂ ਅੰਤਰਜਾਮੀ ਸੀ। ਲੋਈਏ ਉਹ ਹੋਰ ਕੋਈ ਨਹੀਂ ਸੀ, ਇੱਕ ਸਾਧੂ ਦੇ ਰੂਪ ਵਿੱਚ ਆਇਆ ਨਗਨ ਅਵਸਥਾ ਵਿੱਚ, ਭੇਖ ਬਦਲ ਕੇ ਆ ਗਿਆ। ਉਹ ਤਾਂ ਅੰਤਰਜਾਮੀ ਸੀ, ਭੇਸ ਵਟਾ ਕੇ ਖੱਦਰ ਲੈ ਗਿਆ। ਅੰਤਰਜਾਮੀ ਸੀ, ਭੇਸ ਵਟਾ ਕੇ ਖੱਦਰ ਲੈ ਗਿਆ। ਅੰਤਰਜਾਮੀ ਸੀ, ਭੇਸ ਵਟਾ ਕੇ ਖੱਦਰ ਲੈ ਗਿਆ। ਉਹ ਤਾਂ ਅੰਤਰਜਾਮੀ ਸੀ, ਭੇਸ ਖੱਦਰ ਲੈ ਗਿਆ। ਉਹ ਤਾਂ
ਸੀ ਉਹ ਤਾਂ ਅੰਤਰਜਾਮੀ ਸੀ ਭੇਸ ਵਟਾ ਕੇ ਖਦਰ ਲੈ ਗਿਆ ਅੰਤਰਜਾਮੀ ਸੀ ਭੇਸ ਵਟਾ ਕੇ ਖਦਰ ਲੈ ਗਿਆ ਉਹਦਾ ਅੰਤਰਜਾਮੀ ਸੀ ਭੇਸ ਵਟਾ ਕੇ ਖੱਦਰ ਲੈ ਗਿਆ ਉਹਦਾ ਅੰਤਰਜਾਮੀ ਸੀ ਭੇਸ ਵਟਾ ਕੇ ਖੱਦਰ ਲੈ ਗਿਆ ਉਹ ਤਾਂ ਅੰਤਰਜਾਮੀ ਕੋਈ ਹੋਰ ਨਹੀਂ ਸੀ ਉਹ ਪਰਮਾਤਮਾ ਅੰਤਰਜਾਮੀ ਖੁਦ ਆਪ ਆਇਆ ਆਪਣੇ ਭਗਤਾਂ ਦੀ ਰੱਖਿਆ ਕਰ ਗਿਆ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਆਓ ਸਾਡਾ ਵੀ ਫਰਜ਼ ਬਣਦਾ ਅਸੀਂ ਪਰਮੇਸ਼ਰ ਦਾ ਸਿਮਰਨ ਕਰੀਏ ਬੰਦਗੀ ਕਰੀਏ ਵਿਹਾਰ ਕਰੋ ਕਰਨੇ ਚਾਹੀਦੇ ਨੇ ਪਰਿਵਾਰ ਵਿੱਚ ਰਹਿਣਾ ਚਾਹੀਦਾ ਚਤਰਾਈਆਂ ਸਿਆਣਪਾਂ ਛੱਡੋ ਇਹ ਕਦੋਂ ਛੱਡੀਆਂ ਜਾਣੀਆਂ ਜਦੋਂ ਸਿਮਰਨ ਕਰਾਂਗੇ ਬੰਦਗੀ ਕਰਾਂਗੇ ਸਿਆਣਪ ਉਹਨਾਂ ਚਿਰ ਹੀ ਆ ਜਿੰਨਾ ਚਿਰ ਤੂੰ ਆਪਣੇ ਆਪ ਚ ਜਿੰਨਾ ਚਿਰ ਆਪਣੇ ਆਪ ਚ ਨਾ ਉਹਨਾਂ ਚਿਰ ਤੂੰ ਸਿਆਣਾ ਬਣਿਆ ਫਿਰਦਾ ਤੂੰ ਕਹਿੰਦਾ ਮੇਰੇ ਜਿਹੜਾ ਤਾਂ ਸਿਆਣਾ ਹੀ ਕੋਈ ਨਹੀਂ ਜਾਣੇ ਖਣੇ ਨਾਲ ਟੰਗ ਵਸਾਉਂਦਾ ਜਾ ਕੇ ਜਾਣੇ ਖਣੇ ਨੂੰ ਸਲਾਹ ਦਿੰਦਾ ਜਾ ਕੇ ਪਰ ਮੇਰੇ ਮਾਲਕ ਕਹਿੰਦੇ ਇਹ ਦੁਨੀਆ ਦੇ ਵਿੱਚ ਤੇਰੀਆਂ ਸਿਆਣਪਾਂ ਚੱਲ ਜਾਣਗੀਆਂ ਪਰ ਜੇ ਮੇਰੇ ਦਰ ਤੇ ਆਉਣਾ ਸਿੱਧਾ ਹੋ ਕੇ ਆ ਜਾ ਜਿਵੇਂ ਸੱਪ ਬਲ ਪਾ ਕੇ ਨਹੀਂ ਖੁੱਡ ਵਿੱਚ ਵੜਦਾ ਖੁੱਡ ਵਿੱਚ ਵੜਨਾ ਬਲ ਨਿਕਲਦੇ ਆ ਬਲ ਕੱਢਣੇ ਪੈਣੇ ਆ ਸਿੱਧਾ ਹੋਣਾ ਪੈਣਾ ਮੇਰੇ ਕੋਲੋਂ ਚਤਰਿਆਈ ਸਿਆਣਪਾਂ ਕਿਤੇ ਕੰਮ ਨਾ ਆਈਆਂ ਇਹ ਚਤਰਾਈਆਂ ਸਿਆਣਪਾਂ ਦੁਨੀਆ ਵਿੱਚ ਰਹਿ ਜਾਣੀਆਂ ਨੇ ਇਸ ਦਰ ਤੇ ਕੰਮ ਨਹੀਂ ਆਉਣੀਆਂ ਇਸ ਕਰਕੇ ਜਿਉਂ-ਜਿਉਂ ਸਿਮਰਨ ਕਰਾਂਗੇ ਬੰਦਗੀ ਕਰਾਂਗੇ ਉਦੋਂ ਸਾਡੀਆਂ ਚਤਰਾਈਆਂ ਸਿਆਣਪਾਂ ਦੁਨੀਆ ਦੀਆਂ ਦੁਨੀਆ ਵਿੱਚ ਰਹਿ ਜਾਣੀਆਂ ਨੇ ਫਿਰ ਪਰਮੇਸ਼ਰ ਨੇ ਐਸੀ ਸਿਆਣਪ ਬਖਸ਼ਣੀ ਆ ਤੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਤੇਰੇ ਇਸ਼ਾਰੇ ਦੀ ਲੋੜ ਹੈ ਇੱਕ ਇਸ਼ਾਰੇ ਦੇ ਨਾਲ ਤੂੰ ਧਰਤੀ ਸਿਰਜ ਦੇਗਾ ਇੱਕ ਇਸ਼ਾਰੇ ਦੇ ਨਾਲ ਧਰਤੀ ਗਰ ਕਰ ਦੇਗਾ ਇਹ ਤੇਰੀ ਅਵਸਥਾ ਬਣ ਗਈ ਸਾਧ ਸੰਗਤ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਇੱਕ ਜੀਵਨ ਬਣਾਉਣ ਦੀ ਖਾਤਰ ਬਖਸ਼ਿਸ਼ ਕਰਦੇ ਨੇ ਕਹਿੰਦੇ ਨਿੰਦਿਆ ਕਿਸੇ ਦੀ ਨਹੀਂ ਕਰਨੀ ਉਸਤਤ ਕਿਸੇ ਦੀ ਨਹੀਂ ਕਰਨੀ ਇਹ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਦੇ ਬਚਨ ਕਹਿੰਦੇ ਜੀਵਨ ਕਾਲ ਵਿੱਚ ਪੱਲੇ ਗੰਢ ਬੰਨ ਲੈ ਨਿੰਦਿਆ ਨਹੀਂ ਕਿਸੇ ਦੀ ਕਰਨੀ ਉਸਤਤ ਵੀ ਕਿਸੇ ਦੀ ਨਹੀਂ ਕਰਨੀ ਕਰਕੇ ਨਾ ਬਚਨ ਹੁਣ ਦੂਸਰਾ ਬਚਨ ਨਾਲ ਹੀ ਕਹਿੰਦੇ ਨਿੰਦਿਆ ਵੀ ਕਰਨੀ ਆ ਉਸਤਤ ਵੀ ਕਰਨੀ ਪਹਿਲਾਂ ਕਹਿ ਗਏ ਨਿੰਦਿਆ ਕਿਸੇ ਦੀ ਨਹੀਂ ਕਰਨੀ ਉਸਤਤ ਕਿਸੇ ਦੀ ਨਹੀਂ ਕਰਨੀ ਫਿਰ ਕਹਿੰਦੇ ਨਿੰਦਿਆ ਵੀ ਕਰਨੀ ਉਸਤਤ ਵੀ ਕਰਨੀ ਆ ਹੁਣ ਮੇਰੇ ਵਰਗਾ ਭੱਦਰ ਪੁਰਸ਼ ਕਹਿੰਦਾ ਮਹਾਰਾਜ ਪਹਿਲਾਂ ਤੁਸੀਂ ਕਹਿੰਦੇ ਹੋ ਨਿੰਦਿਆ ਨਹੀਂ ਕਰਨੀ ਉਸਤਤ ਨਹੀਂ ਕਰਨੀ ਹੁਣ ਕਹਿੰਦੇ ਹੋ ਨਿੰਦਿਆ ਕਰਨੀ ਉਸਤਤ ਕਰਨੀ ਆ ਜੇ ਨਿੰਦਿਆ ਕਰਨੀ ਆ ਕਿਹਦੀ ਕਰਨੀ ਆ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਨਿੰਦਿਆ ਆਪਣੀ ਕਰਨੀ ਹੈ ਉਸਤਤ ਗੁਰੂ ਨਾਨਕ ਦੀ ਕਰਨੀ ਹੈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਨਿੰਦਿਆ ਆਪਣੀ ਕਰੀ ਕਮਾਲ ਦੀ ਗੱਲ ਹੈ ਮਹਾਂਪੁਰਖ ਦਾ ਬਾਬਾ ਜੀ ਤਾਂ ਕਹਿ ਗਏ ਨਿੰਦਿਆ ਆਪਣੀ ਕਰੀ ਨੇ ਸੁਣ ਵੀ ਲਿਆ ਹੁਣ ਕਿਸੇ ਨੂੰ ਮਾੜਾ ਜਿਹਾ ਕੋਈ ਕੌੜਾ ਲਫ਼ਜ਼ ਬੋਲ ਕੇ ਦੇਖ ਲਓ ਗੁਲਾਮੀ ਹੱਥ ਪਾ ਲੂ ਬਸ ਇੰਨਾ ਕੀ ਅਸਰ ਹੈ ਤੇ ਸਾਧ ਸੰਗਤ ਜੀ ਬਾਬਾ ਅਨੰਦ ਸਿੰਘ ਮਹਾਰਾਜ ਬਚਨ ਫਰਮਾਤੇ ਸੁਣ ਵੀ ਲਏ ਮੈਨੂੰ ਮਾਫ ਕਰਨਾ ਜਿਨ੍ਹਾਂ ਨੇ ਉਸ ਟਾਈਮ ਸੁਣਿਆ ਜਾਂ ਇਸ ਟਾਈਮ ਵੀ ਸੁਣਦੇ ਹੋਣਗੇ ਕਿੰਨੇ ਕਿੰਨੇ ਸਾਲ ਹੋ ਗਏ ਉਹਨਾਂ ਦੀ ਪੂਛ ਨੂੰ ਹੱਥ ਲਾ ਕੇ ਦੇਖ ਲਿਓ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਸੁਣਨਾ ਬਹੁਤ ਸੌਖਾ ਪਰ ਮੰਨਣਾ ਤੇ ਜਿਨ੍ਹਾਂ ਨੇ ਮੰਨ ਲਿਆ ਸਾਧ ਸੰਗਤ ਜੀ ਆਪਣੀ ਨਿੰਦਿਆ ਆਪਣੇ ਔਗਣ ਦੇਖ ਤੇ ਉਸਤਤ ਕਰਨੀ ਹੈ ਗੁਰੂ ਨਾਨਕ ਦੀ ਉਸਤਤ ਕਰ ਦੁਨੀਆਦਾਰ ਦੀ ਕੀ ਉਸਤਤ ਕਰ ਦੇਗਾ ਜਿਹਦੀ ਉਸਤਤ ਕਰੇਗਾ ਪਿੱਠ ਤੇ ਉਸਤਤ ਕਰੇਗਾ ਵਾਹਿਗੁਰੂ ਮੁਖ ਤੇ ਉਸਤਤ ਕਰੇਗਾ ਪਿੱਠ ਪਿੱਛੋਂ ਨਿੰਦਿਆ ਕਰਨ ਲੱਗ ਜਾਵੇਂਗਾ ਅੱਜ ਇਹੀ ਹਾਲ ਆ ਸਮਾਗਮਾਂ ਤੇ ਚਲੇ ਜਾਓ ਰਿਸ਼ਤੇਦਾਰਾਂ ਵਿੱਚ ਚਲੇ ਜਾਓ ਕਿਤੇ ਚਲੇ ਤੁਹਾਡੇ 'ਚ ਕਲਾ ਕਲਿਆ ਸਾਡੇ 'ਚ ਕਿਹੜਾ ਘੱਟ ਆ ਜਿਹੜੀ ਤੁਹਾਡੇ ਅੱਗ ਲੱਗਦੀ ਹੋਈ ਸਾਡੇ 'ਚ ਵੀ ਲੱਗੀ ਹੋਈ ਲਾਣੇ ਵਿੱਚ ਇਹ ਪਰਮੇਸ਼ਰ ਇੱਕ ਸਿਮਰਤੀ ਜੁਗਤੀ ਔਰ ਸਿਮਰਨ ਤੋਂ ਬਿਨਾਂ ਇਹ ਅਵਸਥਾ ਨਹੀਂ ਪਰ ਜਿਨ੍ਹਾਂ ਦਾ ਸਿਮਰਨ ਦੀ ਅਵਸਥਾ ਇਹ ਅਵਸਥਾ ਬਣ ਗਈ ਨਾ ਉਹ ਪਰਵਾਹ ਹੀ ਨਹੀਂ ਕਰਦੇ ਕੀ ਲੈਣਾ ਕਿਤੇ ਜਾ ਕੇ ਉਹਦੇ ਆਨੰਦ ਵਿੱਚ ਰਹੇ ਸੋ ਇਸ ਕਰਕੇ ਆਓ ਭਾਗਾਂ ਵਾਲਿਓ ਸਤਿਗੁਰਾਂ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਆਪਣੇ ਸਾਰਿਆਂ ਤੇ ਐਸੀ ਆਪਣੀ ਨਿੱਘੀ ਗੋਦ ਵਿੱਚ ਮਾਲਕਾਂ ਨੇ ਬਿਠਾਇਆ ਅੱਜ ਭਗਤ ਕਬੀਰ ਜੀਆਂ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ ਕੱਲ ਨੂੰ ਧੰਨ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰੀ ਦੇ ਮਾਲਕ
ਪੰਜ ਪਿਆਲੇ ਪੰਜ ਪੀ ਛਟਮ ਪੀਟ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸੁਵਾਰੀ। ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਗੁਰੂਆਂ ਦੇ ਰਹਿਬਰਾਂ ਦੇ ਅਵਤਾਰ ਦਿਹਾੜੇ ਬਰਸੀਆਂ ਮਨਾਉਣੀਆਂ, ਬਸ ਇਹਨੂੰ ਮਨਾ ਲਾ, ਇਹਨੂੰ ਮਨਾ ਲਾ। ਇਹ ਕਿਉਂ ਮਾਂ-ਬਾਪ ਉਦਮ ਕਰਦੇ ਨੇ, ਕਿਉਂ ਰੱਬ ਦੇ ਪਿਆਰੇ, ਕਿਉਂ ਪ੍ਰਬੰਧਕ ਜਨ ਉਦਮ ਕਰਦੇ ਨੇ? ਤਾਂ ਕਿ ਕੋਈ ਨਾ ਕੋਈ ਭੁੱਲਿਆ ਭਟਕਿਆ ਜੀਵ, ਟੁੱਟਿਆ ਜੀਵ ਗੁਰੂ ਦੇ ਮਾਰਗ ਤੇ ਆ ਕੇ ਉਹ ਮਾਰਗ ਵੱਲ ਤੁਰ ਪਿਆ, ਮਾਰਗ ਦੀ ਸੋਝੀ ਆ ਗਈ ਤੇ ਸਮਾਗਮ ਕੀਤੇ ਸਫਲੇ ਹੋ ਜਾਂਦੇ ਨੇ। ਅੰਮ੍ਰਿਤ ਵੇਲੇ ਉਠੋ, ਇਸ਼ਨਾਨ ਪਾਣੀ ਕਰੋ, ਗੁਰ ਸ਼ਬਦ ਦੀ ਕਰੋ ਕਮਾਈ, ਫਿਰ ਸਤਿਗੁਰਾਂ ਦੇ ਚਰਨਾਂ ਤੋਂ ਅਸੀਸ ਲੈ ਕੇ ਜਾਣੀ ਹੈ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਜੀ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਜੀ। ਧਨ ਹੈ ਜਪੋ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ। ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ। ਧਨ ਗੁਰੂ ਅਮਰਦਾਸ ਜੀ। ਧਨ ਹੈ ਗੁਰੂ ਰਾਮਦਾਸ ਜੀ। ਧਨ ਹੈ ਗੁਰੂ ਅਮਰਦਾਸ ਜੀ। ਧਨ ਹੈ ਗੁਰੂ ਰਾਮਦਾਸ ਜੀ। ਧਨ ਗੁਰੂ ਅਰਜਨ ਦੇਵ ਸਾਹਿਬ। ਧਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ। ਧਨ ਹੈ ਗੁਰੂ ਅਰਜਨ ਦੇਵ ਸਾਹਿਬ। ਧਨ ਹੈ ਗੁਰੂ ਹਰਗੋਬਿੰਦ ਸਾਹਿਬ। ਧਨ ਸ਼੍ਰੀ ਹਰਿ ਰਾਏ ਸਾਹਿਬ। ਧਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ। ਧਨ ਹੈ ਸ਼੍ਰੀ ਹਰਿ ਰਾਏ ਸਾਹਿਬ। ਧਨ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ। ਧਨ ਸ਼੍ਰੀ ਹਰਿ ਰਾਏ ਸਾਹਿਬ। ਗੁਰੂ ਤੇਗ ਬਹਾਦਰ ਸਾਹਿਬ। ਧਨ ਹੈ ਗੁਰੂ ਗੋਬਿੰਦ ਸਿੰਘ ਜੀ। ਧਨ ਹੈ ਗੁਰੂ ਤੇਗ ਬਹਾਦਰ ਸਾਹਿਬ। ਧਨ ਹੈ ਗੁਰੂ ਗੋਬਿੰਦ ਸਿੰਘ ਜੀ। ਧਨ ਧਨ ਹੈ ਧਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧਨ ਹੈ ਧਨ ਹੈ ਧਨ ਹੈ ਧਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧਨ ਪੰਥ ਖਾਲਸਾ। ਧਨ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ। ਧਨ ਹੈ ਪੰਥ ਖਾਲਸਾ। ਧਨ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ। ਧਨ ਜਪੋ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ। ਇੱਕ ਓੰਕਾਰ ਸਤਿ
ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਜਪ ਸਾਰੇ ਜਪੋ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਪ ਲੋ ਵਾਹਿਗੁਰੂ 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 ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾਰਾ ਤੁਧ ਸਭ ਕਿਛ ਮੈਨੂੰ ਸੌਂਪਿਆ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਹਾਂਜੀ ਲక్ష్ਮੀ ਟੋਟ ਨਾ ਆਵਈ ਲక్ష్ਮੀ ਟੋਟ ਨਾ ਆਵਈ ਖਾਏ ਖਰਚ ਰਹੰਦਾਰਾ ਵੈਰੀ ਮਿੱਤਰ ਸਭ ਕੀਤਿਆਂ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾਰਾ ਹਾਂਜੀ ਲੇਖਾ ਕੋਈ ਨਾ ਪੁੱਛਈ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਰਾਮ ਆਨੰਦ ਪਏ ਸੁਖ ਪਾਇਆ ਆਨੰਦ ਪਏ ਸੁਖ ਪਾਇਆ ਮਿਲ ਗੁਰ ਗੋਬਿੰਦਾ ਰਾਮ ਸਭੇ ਕਾਜ ਸਵਾਰਿਆ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾਰਾ ਜਾਂ ਤੂੰ ਮੇਰੇ ਵੱਲ ਹੈ ਜਾਂ ਤੂੰ ਮੇਰੇ ਵੱਲ ਹੈ ਜਾਂ ਤੂੰ ਮੇਰੇ ਵੱਲ ਹੈ